ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਰਸਨਾ ਜਪਤੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ। ਮਿਰਤ ਮੰਡਲ ਇਕ ਤੂੰ ਹੀ। ਰਸਨਾ ਜਪਤੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ। ਮਿਰਤ ਮੰਡਲ ਇਕ ਤੂੰ ਹੀ। ਰਹਾਉ ਤੁਮ ਹੈ ਪਿਤਾ ਤੁਮ ਹੀ ਫੁਨ ਮਾਤਾ। ਤੁਮ ਹੈ ਮੀਤ ਹਿਤ ਭਰਾਤਾ। तुम परवार तुम है आधारा। तुम है जी प्राण दाता। तुम है खजीना तुम है जरीना। तुम ही माणिक लाला। तुम है पार जात गुर ते पाए। तो नानक पहे निहाला। तुम है खजीना तुम है जरीना। तुम ही माणिक लाला। तुम है पार जात गुर ते पाए। तो नानक पहे निहाला। वाहिगुरु जी का खालसा वाहिगुरु जी की फतेह। जुगो जुग अटल ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸੁਣਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਇਹ ਜੋ ਪਾਵਨ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਇਨ੍ਹਾਂ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਿਆਸੂ ਦੀ ਉਸ ਅਵਸਥਾ ਦਾ ਜ਼ਿਕਰ ਕਰਦੇ ਨੇ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਤੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਜਾਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਾ ਆਨੰਦ ਮਾਣਨ ਦੇ ਲਈ ਇਹ ਉਪਦੇਸ਼ ਦਿੱਤਾ ਕਿ ਵਾਰ-ਵਾਰ ਵਾਹਿਗੁਰੂ ਜੀ ਨੂੰ ਚੇਤਾ ਕੀਤਾ ਜਾਏ, ਉਹਦਾ ਵਾਰ-ਵਾਰ ਸਿਮਰਨ ਕੀਤਾ ਜਾਏ। ਵਾਰੰਵਾਰ ਵਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਵਾਰ-ਵਾਰ ਉਸ ਪਰਮਾਤਮਾ ਨੂੰ ਚੇਤੇ ਕਰੀਏ। ਸੁਖਮਨੀ ਸਾਹਿਬ ਜੀ ਦੀ ਜਦੋਂ ਆਰੰਭਤਾ ਹੁੰਦੀ ਹੈ, ਗੁਰੂ ਕੇ ਪਾਵਨ ਵਚਨ ਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਉਸ ਵਾਹਿਗੁਰੂ ਜੀ ਦਾ ਸਿਮਰਨ ਕਰ ਕਰਕੇ ਹੀ ਸੁੱਖ ਮਿਲਦਾ। ਵਾਰ-ਵਾਰ ਸਿਮਰਨ ਕਰਨ ਦੀ ਗੱਲ ਸਤਿਗੁਰੂ ਜੀ ਨੇ ਗੁਰਬਾਣੀ 'ਚ ਬੇਅੰਤ ਥਾਵਾਂ 'ਤੇ ਕੀਤੀ ਹੈ। ਕੁਝ ਲੋਕ ਇਹ ਗੱਲ ਕਹਿੰਦੇ ਕਿ ਵਾਰ-ਵਾਰ ਚੇਤੇ ਕਰਨ ਦਾ ਕੀ ਅਰਥ ਹੈ? ਕੀ ਪਰਮਾਤਮਾ ਨੂੰ ਵੀ ਖੁਸ਼ਾਮਦ ਦੀ ਲੋੜ ਹੈ ਕਿ ਵਾਰ-ਵਾਰ ਉਹਨੂੰ ਚੇਤੇ ਕੀਤਾ ਜਾਏ? ਇੱਕ ਵਾਰੀ ਉਹਨੂੰ ਯਾਦ ਕਰ ਲਿਆ ਠੀਕ ਹੈ। ਦਰਅਸਲ ਮਨੁੱਖ ਦਾ ਜੋ ਇਹ ਸਰੀਰ ਹੈ, ਸਰੀਰ ਦੇ ਜਿੱਥੇ ਬਾਹਰਲੇ ਇੰਦਰੀ ਨੇ, ਅੱਖਾਂ ਹਨ, ਨੱਕ ਹੈ, ਕੰਨ ਹਨ, ਜਿਹਵਾ ਹੈ, ਇਵੇਂ ਮਨੁੱਖ ਦਾ ਇੱਕ ਭੀਤਰੀ ਇੰਦਰਾ ਜਿਹਨੂੰ ਅੰਤਹਿਕਰਨ ਕਹਿੰਦੇ ਨੇ। ਅੰਤਹਿਕਰਨ ਦੇ 4 ਭੇਦ ਵਿਦਵਾਨਾਂ ਨੇ ਦੱਸੇ ਨੇ: ਸੁਰਤ, ਮਤ, ਮਨ, ਬੁੱਧ। ਮਨ ਦਾ ਅਰਥ ਕੀ ਹੈ? ਅਸੀਂ ਇਹ ਤੇ ਕਹਿ ਸਕਦੇ ਹਾਂ ਕਿ ਸਾਡੇ ਇਹ ਕੰਨ ਨੇ, ਹੱਥ ਲਗਾ ਕੇ ਦੱਸ ਸਕਦੇ ਹਾਂ। ਇਹ ਸਾਡੀਆਂ ਅੱਖਾਂ ਨੇ,
ਇਹ ਵੀ ਅਸੀਂ ਕਹਿ ਸਕਦੇ ਸਾਡਾ ਦਿਲ ਇੱਥੇ ਹੁੰਦਾ ਹੈ, ਫੇਫੜੇ ਇੱਥੇ ਹੁੰਦੇ ਨੇ, ਹੋਰ ਸਰੀਰ ਦੇ ਪਾਰਟ ਜਿਹੜੇ ਨੇ ਉਹਦੇ ਬਾਰੇ ਅਸੀਂ ਕਿਤੇ ਹੱਥ ਲਾ ਕੇ ਦੱਸ ਸਕਦੇ ਹਾਂ, ਪਰ ਕੋਈ ਇਹ ਨਹੀਂ ਦੱਸ ਸਕਦਾ ਕਿ ਮਨ ਕਿੱਥੇ ਹੈ। ਮਨ ਸੂਖਮ ਨਹੀਂ ਹੈ, ਮਨ ਅਸਥੂਲ ਨਹੀਂ ਹੈ, ਭੌਤਿਕ ਨਹੀਂ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਮਨ ਤਾਂ ਸੰਕਲਪਾਂ ਵਿਕਲਪਾਂ ਦਾ ਇੱਕ ਇਕੱਠ ਹੈ, ਸੰਗ੍ਰਹਿ ਹੈ। ਉਹ ਮਨ ਜਿਹੜਾ ਹੈ ਨਾ, ਉਹ ਇਸ ਸਰੀਰ ਦੇ ਵਿੱਚ ਹੋਂਦ ਆਉਣ ਦੇ ਨਾਲ ਬਣਦਾ ਹੈ। ਆਤਮਾ ਸਰੀਰ ਵਿੱਚ ਆਈ, ਉਦੋਂ ਬਾਅਦ ਮਨ ਦੀ ਆਰੰਭਤਾ ਸ਼ੁਰੂ ਹੁੰਦੀ ਹੈ। ਜੋ ਅਸੀਂ ਦੇਖਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸੋਚਦੇ ਹਾਂ, ਉਹਦੇ ਰਾਹੀਂ ਸਾਡੇ ਅੰਦਰ ਕੁਝ ਸੰਕਲਪ ਪੈਦਾ ਹੁੰਦੇ ਨੇ, ਕੁਝ ਫੁਰਨੇ ਪੈਦਾ ਹੁੰਦੇ ਨੇ। ਉਹ ਫੁਰਨਿਆਂ ਦਾ ਜਿਹੜਾ ਸੰਗ੍ਰਹਿ ਹੈ, ਜਿੰਨੇ ਜਿਹੋ ਜਿਹੇ ਫੁਰਨੇ ਹੋਣਗੇ ਉੱਦਾਂ ਦਾ ਸਾਡਾ ਜੀਵਨ ਬਣਦਾ ਚਲਿਆ ਜਾਏਗਾ। ਅਸੀਂ ਸਤ ਸੰਗਤ ਦੇ ਮਾਹੌਲ 'ਚ ਆਏ, ਪਰਮਾਤਮਾ ਦੀ ਸਿਫਤ ਸਲਾਹ ਸੁਣੀ, ਗੁਰਬਾਣੀ ਸੁਣੀ, ਸਤਿਪੁਰਖਾਂ ਦੇ ਬਚਨ ਸੁਣੇ। ਉਹ ਬਚਨ ਸੁਣਦਿਆਂ ਸਾਡੇ ਅੰਦਰ ਪਰਮਾਤਮਾ ਵਾਲੇ ਵਲਵਲੇ ਪੈਦਾ ਹੋਣਗੇ, ਸੇਵਾ ਦੇ ਵਲਵਲੇ, ਸਿਮਰਨ ਦੇ ਵਲਵਲੇ ਪੈਦਾ ਹੋਣਗੇ। ਉਹ ਮਨ ਸਾਨੂੰ ਸਿਮਰਨ ਵਾਲੇ ਬੰਨੇ ਲਗਾ ਦੇਵੇਗਾ। ਪਰ ਕਿਉਂਕਿ ਅਸੀਂ ਬਹੁਤਾ ਸੰਸਾਰਕ ਮਾਹੌਲ 'ਚ ਪਲਦੇ ਹਾਂ, ਇਹ ਤੇ ਭਾਗਾਂ ਵਾਲੇ ਕੋਈ ਉਹ ਜੀਵ ਨੇ ਜਿਨ੍ਹਾਂ ਨੂੰ ਬਚਪਨ ਤੋਂ ਅਜਿਹਾ ਵਾਤਾਵਰਣ ਮਿਲ ਜਾਂਦਾ ਹੈ ਜਿੱਥੇ ਉਹਨਾਂ ਦੇ ਕੰਨੀ ਚੰਗੀ ਸਰੋਤ ਪੈਂਦੀ ਹੈ, ਉਹਨਾਂ ਨੂੰ ਚੰਗਾ ਮਾਹੌਲ ਮਿਲ ਜਾਂਦਾ ਹੈ, ਪਿਆਰ ਮਿਲਦਾ ਹੈ, ਚੰਗੇ ਸੰਸਕਾਰ ਮਿਲਦੇ ਨੇ। ਲੇਕਿਨ ਜ਼ਿਆਦਾਤਰ ਅਸੀਂ ਸੰਸਾਰੀ ਹਾਂ। ਜਨਮਦਿਆਂ ਹੀ ਕੀ ਮਿਲਦਾ ਹੈ? ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕਹੇ ਕਿ ਹਰ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਪ੍ਰਾਣੀ ਜੋ ਜਸਦਾ ਕਰ ਕਾਨ, ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ। ਸਾਡੇ ਕੰਨਾਂ 'ਚ ਇਹੀ ਆਵਾਜ਼ ਪੈਂਦੀ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਧੀ ਹੈ, ਇਹ ਮੇਰਾ ਬੱਚਾ ਹੈ, ਇਹ ਮੇਰਾ ਭਰਾ ਹੈ। ਉਹ ਮੇਰਾ ਮੇਰਾ ਮੈਂ ਸਾਡੀਆਂ ਕੰਨਾਂ 'ਚ ਪੈਂਦਾ ਤੇ ਅਸੀਂ ਸੁਣਿਆ ਹੀ ਮੇਰਾ ਹੈ। ਅਸੀਂ ਇਹ ਤੇ ਸੁਣਿਆ ਹੀ ਨਹੀਂ ਕਿ ਰੱਬ ਦਾ ਬਖਸ਼ਿਆ ਹੋਇਆ, ਇਹ ਰੱਬ ਦੀ ਦਾਤ ਹੈ। ਇਹ ਤੇ ਬਹੁਤ ਭਾਗਾਂ ਵਾਲਿਆਂ ਨੇ ਸੁਣਿਆ। ਉਹ ਮੈਂ ਮੇਰੀ ਸੁਣਦਿਆਂ ਸਾਡੇ ਅੰਦਰ ਮੈਂ ਹੀ ਪੱਕੀ ਹੋ ਜਾਂਦੀ ਹੈ। ਤੇ ਬੱਚਾ ਵੀ ਕਹਿੰਦਾ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ, ਇਹ ਮੇਰਾ ਘਰ ਹੈ। ਉਹ ਮੈਂ ਇਹੋ ਜਿਹੀ ਪੱਕੀ ਹੁੰਦੀ ਹੈ ਕਿ ਬੱਚਾ ਵੀ ਮੇਰ ਤੇਰ 'ਚ ਪੈ ਜਾਂਦਾ ਹੈ। ਇਹ ਤੇਰਾ ਹੈ, ਇਹ ਮੇਰਾ ਹੈ। ਮੇਰ ਤੇਰ ਦੀ ਆਰੰਭਤਾ ਸ਼ੁਰੂ ਹੋ ਗਈ ਕਿਉਂਕਿ ਸੁਣੀ ਮੇਰ ਤੇਰ ਹੈ। ਉਹ ਜਿਹੜੀ ਅੰਦਰ ਮੇਰ ਤੇਰ ਨਿੱਕੇ ਹੁੰਦਿਆਂ ਪੱਕ ਗਈ, ਵੱਡਾ ਹੋ ਕੇ ਘਰ ਮੇਰਾ ਹੈ, ਇਹ ਪਿੰਡ ਮੇਰਾ ਹੈ, ਇਹ ਇਲਾਕਾ ਮੇਰਾ ਹੈ, ਇਹ ਜ਼ਮੀਨ ਮੇਰੀ ਹੈ। ਉਹ ਮੇਰੀ ਪਰਵਲ ਹੁੰਦੀ ਚਲੀ ਜਾਂਦੀ ਹੈ। ਉਹ ਮੇਰੀ ਤੋਂ ਝਗੜੇ ਖੜੇ ਹੁੰਦੇ ਨੇ। ਬੀਜ ਨਿੱਕਾ ਜਿਹੇ ਬੀਜੇ ਬਚਪਨ ਦੇ ਅੰਦਰ, ਲੇਕਿਨ ਉਹ ਮੈਂ ਮੇਰੀ ਵੱਡੀ ਹੋ ਗਈ। ਮਨੁੱਖ ਕਹਿੰਦਾ ਹੁਣ ਮੁਲਕ ਨੂੰ ਹੜੱਪ ਲਈਏ, ਸਾਰੀ ਦੁਨੀਆ ਨੂੰ ਹੜੱਪ ਲਈਏ, ਕਿਉਂਕਿ ਉਹਦੇ ਅੰਦਰ ਮੇਰੀ ਪਰਵਲ ਹੋ ਗਈ। ਜਿੰਨਾ ਚਿਰ ਮਨੁੱਖ ਮੇਰੀ ਕਰੇਗਾ, ਲੋਕਾਂ ਨੂੰ ਹੜੱਪੇਗਾ, ਲੋਕਾਂ ਤੇ ਜ਼ੁਲਮ ਕਰੇਗਾ, ਲੋਕਾਂ ਦੇ ਹੱਕ ਖੋਏਗਾ, ਲੋਕਾਂ ਨਾਲ ਅਨਿਆਂ ਕਰੇਗਾ, ਲੋਕਾਂ ਨਾਲ ਝਗੜੇ ਕਰੇਗਾ। ਮੇਰੀ ਕਰਦਿਆਂ ਮਨੁੱਖ ਮੱਲਾਂ ਜ਼ਰੂਰ ਮਾਰ ਲੈਂਦਾ ਹੈ, ਲੇਕਿਨ ਸੁੱਖ ਨਹੀਂ ਵਰਤਦਾ, ਜ਼ਿੰਦਗੀ 'ਚ ਆਨੰਦ ਨਹੀਂ ਹੁੰਦਾ। ਸਤਿਗੁਰੂ ਜੀ ਨੇ ਅਖੀਰ ਤੇ ਕਿਹਾ ਹੈ ਕਿ ਜਦੋਂ ਗੁਰੂ ਪਾਸੋਂ ਉਸ ਪਰਮਾਤਮਾ ਦਾ ਨਾਮ ਮਿਲ ਗਿਆ ਤਾਂ ਨਾਨਕ ਭਏ ਨਿਹਾਲਾ, ਉਦੋਂ ਨਿਹਾਲ ਹੋ ਗਏ। ਉਹ ਨਿਹਾਲ ਹੋਣ ਵਾਲੀ ਅਵਸਥਾ, ਸਾਰੀ ਦੁਨੀਆ ਦਾ ਧਨ ਇਕੱਠਾ ਕਰ ਲਈਏ, ਸਾਰੀ ਦੁਨੀਆ ਦੇ ਰੁਤਬੇ ਸਾਡੇ ਕੋਲ ਆ ਜਾਣ, ਸਾਰੀ ਦੁਨੀਆ ਸਾਨੂੰ ਸਨਮਾਨ ਦੇਵੇ, ਅਸੀਂ ਨਿਹਾਲ ਨਹੀਂ ਹੋ ਸਕਦੇ, ਅਸੀਂ ਪ੍ਰਸੰਨ ਨਹੀਂ ਹੋ ਸਕਦੇ, ਅਸੀਂ ਖੁਸ਼ਹਾਲ ਨਹੀਂ ਹੋ ਸਕਦੇ, ਕਿਉਂਕਿ ਅੰਦਰ ਮੇਰੀ ਹੈ। ਜਬ ਲਗ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਿੰਨਾ ਚਿਰ ਮੇਰੀ ਕਰਦੇ ਕੋਈ ਕੰਮ ਰਾਸ ਨਹੀਂ ਹੋਣਾ। ਹਾਂ, ਜਬ ਮੇਰੀ ਮਿਟ ਜਾਏ, ਜਦੋਂ ਇਹ ਮੇਰੀ ਦੀ ਭਾਵਨਾ ਮੁੱਕ ਜਾਏ, ਇੱਕ ਭਾਵਨਾ ਆ ਜਾਏ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਤੇ ਸਭ ਕੁਝ ਵਾਹਿਗੁਰੂ ਜੀ ਦਾ ਦਿੱਤਾ ਹੋਇਆ। ਸਾਡਾ ਤਾਂ ਸਰੀਰ ਵੀ ਸਾਡਾ ਨਹੀਂ ਹੈ। ਅਸੀਂ ਕਿੰਨੀ ਅਗਿਆਨਤਾ 'ਚ ਕਹਿੰਦੇ ਮੇਰਾ ਸਰੀਰ ਹੈ, ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਮੇਰੀ ਦੌਲਤ ਹੈ, ਮੇਰਾ ਇਲਾਕਾ ਹੈ, ਮੇਰਾ ਹੀ ਕਰਦੇ ਰਹਿੰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਭਲਿਆ, ਤੂੰ ਕਹਿੰਦੇ ਸਭ ਕੁਝ ਮੇਰਾ ਹੈ, ਤੇਰਾ ਤਾਂ ਸਰੀਰ ਵੀ ਤੇਰਾ ਨਹੀਂ ਹੈ। ਜਾਗ ਲਿਹੋ ਰੇ ਮਨ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ
ਸੋ ਭੀ ਸੰਗ ਨਾ ਹੋਇਆ। ਉਹ ਤੇਰਾ ਤੇ ਸਰੀਰ ਵੀ ਸਾਥੀ ਨਹੀਂ, ਤੂੰ ਮੇਰਾ ਮੇਰਾ ਕਰਦਾ। ਦਰਅਸਲ ਜੋ ਇਸ ਦਾ ਮੇਰਾ ਸੀ ਉਹਨੂੰ ਇਹਨੇ ਮੇਰਾ ਨਾ ਬਣਾਇਆ। ਇਹਦਾ ਸੀ ਪਰਮਾਤਮਾ। ਇਹ ਪਰਮਾਤਮਾ ਦਾ ਬੱਚਾ ਹੈ, ਪਰਮਾਤਮਾ ਦਾ ਸਾਜਿਆ ਹੋਇਆ ਹੈ, ਪਰਮਾਤਮਾ ਇਹਦੀ ਪ੍ਰਤਪਾਲਣਾ ਕਰ ਰਿਹਾ ਹੈ। ਜਿਹੜਾ ਪਰਮਾਤਮਾ ਇਹਨੂੰ ਸਿਰਜਣਹਾਰ ਹੈ, ਇਹਨੂੰ ਬਣਾਉਣ ਵਾਲਾ ਹੈ, ਇਹਨੂੰ ਪਾਲਣ ਵਾਲਾ ਹੈ, ਇਹਨੂੰ ਰਿਜ਼ਕ ਦੇਣ ਵਾਲਾ ਹੈ, ਇਹਦੀ ਰੱਖਿਆ ਕਰਨ ਵਾਲਾ ਹੈ, ਉਹ ਇਹਨੂੰ ਮੇਰਾ ਨਜ਼ਰ ਹੀ ਨਹੀਂ ਆਇਆ। ਤੇ ਗੁਰਬਾਣੀ ਕਹਿੰਦੀ ਹੈ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਹਨੂੰ ਸਭ ਕੁਝ ਆਪਣਾ ਲੱਗਦਾ, ਮੇਰਾ ਲੱਗਦਾ, ਪਰ ਰੱਬ ਬਗਾਨਾ ਲੱਗਦਾ। ਰੱਬ ਦੇ ਨਾਲ ਪਿਆਰ ਹੀ ਨਹੀਂ ਬਣਦਾ। ਗੁਰੂ ਦੀ ਹਜ਼ੂਰੀ 'ਚ ਵੀ ਆ ਕੇ ਆਪਾਂ ਦੇਖਦੇ ਹਾਂ ਸਾਡੀ ਮੇਰੀ ਦੀਆਂ ਹੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਉਹ ਜਿਹੜੀ ਅੰਦਰ ਮੇਰੀ ਪੱਕੀ ਹੋ ਗਈ ਹੈ, ਉਹਨੂੰ ਹੁਣ ਬਦਲਿਆ ਕਿਵੇਂ ਜਾਏ। ਦੇਖੋ, ਜਿਸ ਚੀਜ਼ ਨੂੰ ਅਸੀਂ ਇੱਕ ਵੇਰਾਂ ਕਰੀਏ ਨਾ, ਇੱਕ ਵੇਰਾਂ ਕੋਈ ਘਟਨਾ ਹੋ ਜਾਏ ਜ਼ਿੰਦਗੀ 'ਚ, ਇੱਕ ਵੇਰਾਂ ਅਸੀਂ ਕਹਿੰਦੇ ਕੁਦਰਤੀ ਹੋ ਗਿਆ ਹੈ, ਤਾਂ ਦੋ ਵੇਰਾਂ ਹੋ ਜਾਏ ਤੇ ਆਪਾਂ ਕਹਿੰਦੇ ਕਿ ਆ ਤੇ ਬੜੀ ਸੋਹਣੀ ਦੂਸਰੀ ਘਟਨਾ ਹੋ ਗਈ ਹੈ, ਸਵੱਬ ਜਿਹਾ ਬਣ ਗਿਆ। ਇੱਕੋ ਵਾਰੀ ਗੱਲ, ਇੱਕੋ ਜਿਹੀ ਗੱਲ ਦੋ ਵੇਰਾਂ ਹੋ ਗਈ। ਤਿੰਨ ਵੇਰਾਂ ਹੋ ਜਾਏ ਇੱਕੋ ਜਿਹੀ ਗੱਲ, ਤਿੰਨ ਵੇਰਾਂ ਹੋ ਜਾਏ ਆਪਾਂ ਕਹਿੰਦੇ ਉਦਾਹਰਣ ਬਣ ਗਈ, ਐਗਜ਼ੈਂਪਲ ਬਣ ਗਈ ਕਿ ਤਿੰਨ ਵੇਰਾਂ ਇੱਕੋ ਜਿਹਾ ਕੰਮ ਇਹ ਰਾਸ ਹੋ ਗਿਆ, ਐਗਜ਼ੈਂਪਲ ਬਣ ਗਈ ਤਿੰਨ ਵੇਰਾਂ। ਤੇ ਜਿਸ ਕੰਮ ਨੂੰ ਅਸੀਂ ਫਿਰ ਕਰਦੇ ਰਹੀਏ, ਵਾਰ-ਵਾਰ ਕਰੀਏ, ਸਾਰੇ ਕਰਨ ਲੱਗ ਪੈਣ, ਅਸੀਂ ਕਹਿੰਦੇ ਇਹ ਤਾਂ ਐਵੇਂ ਰੀਤ ਜੀ ਪੈ ਗਈ ਹੈ, ਰੀਤ ਜੀ ਪੈ ਗਈ ਹੈ। ਉਹ ਜਿਹੜਾ ਕੰਮ ਅਸੀਂ ਵਾਰ-ਵਾਰ ਕਰੀਏ ਉਹ ਰੀਤ ਬਣ ਜਾਂਦਾ ਹੈ। ਇੱਕ ਹੁੰਦਾ ਇੱਕ ਵਾਰਾਂ ਵਾਪਰਿਆ, ਦੋ ਵਾਰਾਂ ਵਾਪਰਿਆ, ਤਿੰਨ ਵਾਰੀ ਹੋਇਆ। ਲੇਕਿਨ ਜਿਹੜਾ ਵਾਰ-ਵਾਰ ਹੋਏ, ਕਈ ਵਾਰਾਂ ਹੋਏ, ਉਹਨੂੰ ਆਪਾਂ ਕਹਿੰਦੇ ਹਾਂ ਰੀਤ ਬਣ ਗਈ। ਕਰਦਿਆਂ ਕਰਦਿਆਂ ਉਹ ਰੀਤ ਪਰੰਪਰਾ ਬਣ ਜਾਂਦੀ ਹੈ। ਜਿਸ ਕੰਮ ਨੂੰ ਅਸੀਂ ਕਰਦੇ ਰਹੀਏ, ਰੋਜ਼ ਕਰਦੇ ਰਹੀਏ, ਉਹ ਕੰਮ ਫਿਰ ਮਨੁੱਖ ਦਾ ਸੰਸਕਾਰ ਬਣ ਜਾਂਦਾ ਹੈ। ਸੰਸਕਾਰ ਜਿਹਨੂੰ ਬਦਲਣਾ ਬੜਾ ਔਖਾ ਹੁੰਦਾ ਹੈ। ਸੰਸਕਾਰ ਐਵੇਂ ਨਹੀਂ ਬਦਲੇ ਜਾਂਦੇ ਕਿ ਚਲੋ ਸੰਗਰਾਂਦ ਵਾਲੇ ਦਿਨ ਮੱਥਾ ਟੇਕ ਲਓ, ਰੱਬ ਮਿਹਰ ਕਰੇਗਾ, ਜੀ ਆਇਆਂ ਨੂੰ। ਚਲੋ ਅੱਜ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਰੱਬ ਮਿਹਰ ਕਰੇਗਾ, ਬੜੀ ਚੰਗੀ ਗੱਲ ਹੈ। ਪਰ ਅੱਜ ਕੀਤਿਆਂ ਜਾਂ ਇੱਕ ਦਿਨ ਕੀਤਿਆਂ ਜਾਂ ਕੁਝ ਵਾਰੀ ਕੀਤਿਆਂ ਸੰਸਕਾਰ ਬਦਲਦੇ ਨਹੀਂ ਹੈ। ਸੰਸਕਾਰ ਬਦਲਣ ਦੇ ਲਈ ਇੱਕੋ ਇੱਕ ਕੰਮ ਹੈ ਕਿ ਵਾਰ ਪ੍ਰਭ ਜਪੀਏ, ਵਾਰ ਪ੍ਰਮਾਤਮਾ ਨੂੰ ਚੇਤੇ ਕਰੀਏ। ਜਿਹੜਾ ਕਿਹਾ ਨਾ ਕਿ ਰੋਜ਼ ਚੇਤੇ ਕਰੋ, ਹਰ ਵੇਲੇ ਚੇਤੇ ਕਰੋ, ਉੱਠਦਿਆਂ ਚੇਤੇ ਕਰੋ। ਉਹਦਾ ਅਰਥ ਇਹ ਹੈ ਕਿ ਜੇ ਅਸੀਂ ਰੋਜ਼ ਵਾਹਿਗੁਰੂ ਜੀ ਨੂੰ ਚੇਤੇ ਕਰਾਂਗੇ ਤੇ ਸਾਡੇ ਸੰਸਕਾਰ 'ਚ ਆ ਜਾਏਗਾ ਪ੍ਰਮਾਤਮਾ ਦਾ ਪਿਆਰ, ਸਾਡੇ ਖੂਨ ਵਿੱਚ, ਸਾਡੇ ਸੁਭਾਅ 'ਚ, ਸਾਡੀ ਆਦਤ ਬਣ ਜਾਏਗਾ। ਫਿਰ ਅਸੀਂ ਰਹਿ ਹੀ ਨਹੀਂ ਸਕਾਂਗੇ। ਉਹ ਸਾਡੇ ਅੰਦਰ ਜਿਹੜੀ ਮੇਰੀ ਦ੍ਰਿੜ ਹੋਈ ਪਈ ਹੈ, ਪੱਕੀ ਹੋਈ ਬੈਠੀ ਹੈ, ਉਹਨੂੰ ਤੋੜਨ ਦਾ ਤਰੀਕਾ ਇਹ ਹੈ ਕਿ ਅਸੀਂ ਹਰ ਗੱਲ ਵਿੱਚ ਕਹੀਏ ਇਹ ਵਾਹਿਗੁਰੂ ਦੀ ਦਾਤ ਹੈ, ਇਹ ਰੱਬ ਦੀ ਦਾਤ ਹੈ। ਔਰ ਸਤਿਗੁਰੂ ਜੀ ਨੇ ਸਾਨੂੰ ਕਿੰਨਾ ਸੋਹਣਾ ਉਪਦੇਸ਼ ਦਿੱਤਾ ਹੈ। ਜਿੰਨਾ ਮਹਾਨ ਉੱਤਮ ਉਪਦੇਸ਼ ਗੁਰਬਾਣੀ ਰਾਹੀਂ ਮਿਲ ਸਕਦਾ ਹੈ, ਕਿਤੇ ਉਹ ਨਹੀਂ ਮਿਲੇਗਾ। ਸਾਰੀ ਦੁਨੀਆ ਦੇ ਧਰਮ ਗ੍ਰੰਥ ਜ਼ਰੂਰ ਪੜ੍ਹੋ ਤੁਸੀਂ, ਚੰਗੀ ਗੱਲ ਹੈ, ਪਰ ਜੋ ਪਰਉਪਕਾਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਸਾਡੇ ਤੇ ਕੀਤਾ ਹੈ ਨਾ, ਦੇਖੋ ਕਿੰਨੇ ਸੋਹਣੇ ਬਚਨ। ਰੱਬ ਦੇ ਪਿਆਰ ਜੁੜਨ ਦੇ ਲਈ ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਜੰਗਲਾਂ 'ਚ ਬੈਠੋ, ਤੁਸੀਂ ਮਾਲਾ ਫੇਰੋ, ਤੁਸੀਂ ਘਰ ਛੱਡ ਦਿਓ, ਤੁਸੀਂ ਕਾਰੋਬਾਰ ਛੱਡ ਦਿਓ, ਤੁਸੀਂ ਰੋਟੀ ਮੰਗ ਕੇ ਖਾਓ, ਤੁਸੀਂ ਸਰੀਰ ਨੂੰ ਕਸ਼ਟ ਦਿਓ, ਕਿਤੇ ਨਹੀਂ ਕਿਹਾ ਇਹ ਗੱਲ। ਸਤਿਗੁਰੂ ਜੀ ਨੇ ਕੋਈ ਗੱਲ ਚੇਤੇ ਕਰਾਈ ਹੈ ਕਿ ਜਿਸ ਵਾਹਿਗੁਰੂ ਜੀ ਨੇ ਤੇਰੀ ਸਿਰਜਣਾ ਕੀਤੀ ਹੈ ਨਾ, ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਉਹ ਬੰਦਿਆ ਪਰਮਾਤਮਾ ਦੇ ਗੁਣ, ਉਹਦੇ ਪਰਉਪਕਾਰ ਚੇਤੇ ਕਰਿਆ ਕਰ। ਦੇਖ ਤੈਨੂੰ ਬਣਾ ਕੇ ਦਿੱਤਾ ਹੈ ਪਰਮਾਤਮਾ, ਸੀ ਤੂੰ ਕੀ, ਤੇਰੀ ਹੋਂਦ ਕੀ ਹੈ। ਹੋਂਦ ਤੇ ਸਾਡੀ ਇਹ ਹੈ ਨਾ ਕਿ ਮਾਂ ਕੀ ਰਕਤ ਪਿਤਾ ਬਿੰਦ ਤਾਰਾ। ਮਾਂ ਦੀ ਰਕਤ ਤੋਂ ਸਾਡੇ ਸਰੀਰ ਦਾ ਇਹ ਲੋਥੜਾ ਬਣਿਆ, ਪਿਤਾ ਤੇ ਬਿੰਦ ਤੋਂ ਸਾਡੇ ਸਰੀਰ ਦੀ ਇਹ ਬਣਤਰ ਬਣੀ ਹੈ। ਇਹੀ ਹੋਂਦ ਹੈ ਸਾਡੀ। ਰਕਤ ਮਿੱਝ ਤੋਂ ਅਸੀਂ ਬਣੇ ਹੋਏ ਹਾਂ, ਗੰਦਗੀ ਤੋਂ ਅਸੀਂ ਬਣੇ ਹੋਏ ਹਾਂ। ਤੇ ਮਾਣ ਸਾਨੂੰ ਇੰਨਾ ਕਿ ਅਸੀਂ ਬੜੇ ਸੋਹਣੇ ਹਾਂ। ਸਾਡੇ ਅੰਦਰ ਗੰਦਗੀ ਭਰੀ ਪਈ ਹੈ। ਅੰਦਰ ਨੂੰ ਖੋਲ ਕੇ ਦੇਖੋ ਤੇ ਬੰਦੇ ਦਾ ਦੇਖਣ ਨੂੰ ਜੀ ਨਹੀਂ ਕਰਦਾ, ਅੰਦਰ ਇਹ ਕੁਝ ਹੈ। ਲੇਕਿਨ ਰੱਬ ਨੇ ਦੇਖੋ ਨਾ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਵਿੱਚ ਜਿਨੇ ਉਭਾਰਿਆ। ਬੰਦਿਆ ਜਿਸ ਪ੍ਰਮਾਤਮਾ ਨੇ ਤੈਨੂੰ ਸਾਜਿਆ ਹੈ, ਤੈਨੂੰ ਬਾਹਰੋਂ ਸੋਹਣਿਆ ਬਣਾ ਦਿੱਤਾ, ਸਵਾਰ ਦਿੱਤਾ, ਫਿਰ ਤੈਨੂੰ ਸ਼ਿੰਗਾਰ ਦਿੱਤਾ। ਇੱਕ ਹੁੰਦਾ ਸਵਾਰਨਾ ਤੇ ਇੱਕ ਹੁੰਦਾ ਸ਼ਿੰਗਾਰਨਾ। ਸਵਰੀ ਚੀਜ਼ ਚੰਗੀ ਹੈ, ਪਰ ਜਿਹਨੂੰ ਸ਼ਿੰਗਾਰ ਦਿਓ ਤੇ ਹੋਰ ਸੋਹਣੀ ਬਣ ਜਾਂਦੀ ਹੈ। ਸਾਨੂੰ ਪ੍ਰਮਾਤਮਾ ਨੇ ਸੋਹਣੀਆਂ ਅੱਖਾਂ ਲਾ ਕੇ,
सोहने नक लगा के, मूँह च दंद लगा के, चेहरे ते सोहना दाड़ा दे के श्रृंगार दिता सन। ये श्रृंगार है साडा। दंद कल्ला खाण दा काम नहीं करते। दंद कढ़ दिओ मूँह चो किहो जिहा मूँह नज़र आएगा। मूँह ते नक ना होए, ਆਪਾਂ ਕਿਸੇ ਵਿਅਕਤੀ ਦੀ ਸੁੰਦਰਤਾ ਉਹਦੇ ਨੈਣ ਨਕਸ਼ ਤੋਂ ਹੀ ਗਿਣਦੇ ਕਿ ਨੱਕ ਸੋਹਣਾ ਹੈ, ਅੱਖਾਂ ਸੋਹਣੀਆਂ ਨੇ, ਨੈਣ ਨਕਸ਼ ਸੋਹਣੇ ਨੇ। ਇਸ ਕਰਕੇ ਪ੍ਰਮਾਤਮਾ ਨੇ ਸ਼ਿੰਗਾਰ ਦਿੱਤਾ। ਫਿਰ ਪ੍ਰਮਾਤਮਾ ਨੇ ਮਾਤਾ ਕੇ ਉਦਰ 'ਚ ਸਾਡੀ ਪ੍ਰਤਿਪਾਲਨਾ ਕੀਤੀ। ਫਿਰ ਸਾਨੂੰ ਬਚਪਨ ਵਿੱਚ ਪਾਲਣ ਲਈ ਅੰਮ੍ਰਿਤ ਵਰਗਾ ਪ੍ਰਮਾਤਮਾ ਨੇ ਦੁੱਧ ਭੇਜ ਦਿੱਤਾ। ਸਾਡੀ ਸਾਂਭ ਸੰਭਾਲ ਦੀ ਕਿੰਨੀ ਚਿੰਤਾ ਪ੍ਰਮਾਤਮਾ। ਗੁਰੂ ਬਾਬਾ ਜੀ ਕਹਿੰਦੇ ਕਦੀ ਉਹਦੇ ਗੁਣ ਵੀ ਚੇਤੇ ਕਰ ਲਿਆ ਕਰ, ਉਹਦੇ ਪਰਉਪਕਾਰ ਚੇਤੇ ਕਰ ਲਿਆ ਕਰ। ਦੇਖ ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਨਾਲ ਸੋਹਣੇ ਘਰਾਂ 'ਚ ਰਹਿਣਾ, ਜਿਹਦੀ ਕਿਰਪਾ ਨਾਲ ਸੋਹਣੇ ਪਦਾਰਥ ਤੂੰ ਛਕਦਾ। ਬੰਦਾ ਤੇ ਕਹਿੰਦਾ ਲੈ ਮੈਂ ਪੈਸੇ ਨਾ ਖਰੀਦਦਾ। ਪੈਸਾ ਜਿੰਨਾ ਮਰਜ਼ੀ ਹੋਏ, ਜੇ ਕਿਤੇ ਕਾਲ ਪੈ ਜਾਏ, ਇਹੋ ਜਿਹੇ ਸਮੇਂ ਵੀ ਆ ਜਾਂਦੇ ਨੇ, ਆਪਾਂ ਦੇਖਦੇ ਹੀ ਹਾਂ। ਪੈਸਾ ਜਿੰਨਾ ਮਰਜ਼ੀ ਹੋਏ, ਕਿਤੇ ਵਰਖਾ ਨਹੀਂ ਹੋਈ, ਕਾਲ ਪੈ ਗਿਆ, ਬਿਮਾਰੀ ਪੈ ਗਈ, ਬਾਜ਼ਾਰ 'ਚ ਮਿਲਦਾ ਹੀ ਕੁਝ ਨਹੀਂ, ਕੀ ਕਰਾਂਗੇ ਪੈਸੇ ਨੂੰ? ਬੈਂਕਾਂ 'ਚ ਪਿਆ ਪੈਸਾ ਮਿੱਟੀ ਹੋ ਜਾਂਦਾ ਹੈ ਉਸ ਵੇਲੇ, ਕਿਸੇ ਅਰਥ ਨਹੀਂ ਉਹ ਪੈਸਾ। ਇਹ ਪੈਸਾ ਤਾਂ ਹੀ ਹੈ ਜੇ ਬਾਜ਼ਾਰ ਵਿੱਚ ਕੋਈ ਚੀਜ਼ ਹੈ, ਜੇ ਧਰਤੀ ਦੇ ਵਿੱਚ ਅੰਨ ਪੈਦਾ ਹੋ ਰਿਹਾ ਹੈ, ਸਮੇਂ ਸਿਰ ਵਰਖਾ ਹੋ ਰਹੀ ਹੈ, ਸਮੇਂ ਸਿਰ ਧੁੱਪ ਆ ਰਹੀ ਹੈ, ਰੁੱਤਾਂ ਆ ਰਹੀਆਂ ਨੇ। ਇਹ ਤਾਂ ਵਾਹਿਗੁਰੂ ਜੀ ਦੀ ਬੜੀ ਵੱਡੀ ਦਿਆਲਤਾ ਹੈ ਸਾਡੇ 'ਤੇ। ਮਨੁੱਖ ਕਹਿੰਦਾ ਜੀ ਪੈਸੇ ਨਾਲ ਹੀ ਸਭ ਕੁਝ ਹੋ ਜਾਏਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ। ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੇ ਵੱਖਰੇ ਵੱਖਰੇ ਤਰੀਕੇ ਰਵੀ ਪਿਆਰੇ ਨੇ ਅਪਣਾਏ ਨੇ। ਲੇਕਿਨ ਇੱਕ ਤਰੀਕਾ ਇਹ ਵੀ ਹੈ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ। ਇਹ ਤੇ ਘਰ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੈ, ਇਹ ਤੇ ਕਾਰੋਬਾਰ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੈ। ਕਿੰਨਾ ਸੁੰਦਰ ਤਰੀਕਾ ਹੈ, ਨਾ ਘਰ ਛੱਡਣ ਦੀ ਲੋੜ, ਘਰ 'ਚ ਵੀ ਰਹੀਏ, ਵਧੀਆ ਘਰ 'ਚ ਰਹੀਏ, ਪਰ ਇਹ ਵਾਹਿਗੁਰੂ ਦਾ ਘਰ ਹੈ, ਇਹ ਕਾਰੋਬਾਰ ਵਾਹਿਗੁਰੂ ਜੀ ਦਾ ਹੈ, ਇਹ ਧਨ ਦੌਲਤ ਰੁਤਬੇ ਵਾਹਿਗੁਰੂ ਜੀ ਦੇ ਦਿੱਤੇ ਨੇ। ਇਹ ਹੈ ਤਰੀਕਾ ਆਪਣੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਕਰਨ ਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਪਰਮਾਤਮਾ ਜੀ ਮੇਰਾ ਤੇ ਮੇਰੇ 'ਚ ਕੁਝ ਵੀ ਨਹੀਂ ਹੈ। ਇਹ ਤਨ ਵੀ ਮੇਰਾ ਨਹੀਂ ਹੈ, ਧਨ ਵੀ ਮੇਰਾ ਨਹੀਂ ਹੈ, ਕੁਝ ਵੀ ਮੇਰਾ ਨਹੀਂ ਹੈ, ਸਭ ਕੁਝ ਤੁਹਾਡਾ ਹੈ। ਇਹ ਸਭ ਕੁਝ ਤੁਹਾਨੂੰ ਹੀ ਦੇ ਦਿੱਤਾ ਹੈਗਾ ਤੁਹਾਡਾ, ਮੇਰਾ ਤੇ ਹੈ ਹੀ ਕੁਝ ਨਹੀਂ ਹੈ। ਸਰੀਰ ਵੀ ਮੇਰਾ ਨਹੀਂ ਹੈ। ਮਨੁੱਖ ਕਿੰਨਾ ਅਕਿਰਤ ਕਾਣਾ ਹੈ। ਇੰਨੀਆਂ ਦਾਤਾਂ ਵਾਹਿਗੁਰੂ ਜੀ ਨੇ ਦਿੱਤੀਆਂ ਨੇ। ਸਤਿਗੁਰੂ ਜੀ ਕਹਿੰਦੇ ਦਾ ਹਾਲਾਤ ਕਿ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਬਿਖੋਟ ਗਵਾਵੇ। ਇੱਕ ਵੀ ਨਾ ਦੇ 10 ਪੀਹਰ ਲੈ ਤਉ ਮੂੜਾ ਕੋ ਕਹਾਂ ਕਰੇ। ਸਤਿਗੁਰੂ ਜੀ ਕਹਿੰਦੇ 10 ਦਰਸ ਕਿ ਇੰਨੀਆਂ ਦਾਤਾਂ ਤੈਨੂੰ ਦਿੱਤੀਆਂ ਰੱਬ ਨੇ, ਤੇ ਤੂੰ ਰੱਬ ਨਾਲ ਨਾਰਾਜ਼ ਰਹਿਣਾ, ਕਦੀ ਚੇਤੇ ਨਹੀਂ ਕਰਦਾ। ਇਸ ਕਰਕੇ ਨਾਰਾਜ਼ ਕਿ ਮੇਰੀ ਆਹ ਗੱਲ ਨਹੀਂ ਮੰਨੀ, ਇੱਕ ਨਹੀਂ ਮੰਨੀ ਤੇ ਜਿਹੜੀਆਂ 10 ਨੇ ਉਹ ਭੁਲਾ ਦਿੱਤੀਆਂ। ਸਾਹਿਬ ਕਹਿੰਦੇ ਭਲਿਆ ਜੇ ਉਹ ਤੈਨੂੰ ਇੱਕ ਵੀ ਨਾ ਦੇਵੇ, ਤੇਰੀਆਂ 10 ਵੀ ਖੋਹ ਲੈ ਤੇ ਕੀ ਕਰ ਲਏਗਾ। ਇੱਥੇ ਦੇਖੋ ਇੱਕ ਤਰੀਕਾ, ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਉਹਦੇ ਅੱਗੇ ਨਮਸਕਾਰ ਕਰੀਏ, ਉਹਨੂੰ ਇਹੀ ਗੱਲ ਕਹੀ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜਿੱਥੇ ਇਹ ਬਚਨ ਅੰਕਿਤ ਹੈ ਕਿ ਜੇ ਤੁਸੀਂ ਕਹੋਗੇ ਘਰ ਪਰਮਾਤਮਾ ਦਾ ਹੈ, ਵਾਹਿਗੁਰੂ ਜੀ ਇਹ ਸਰੀਰ ਤੁਹਾਡਾ ਹੈ, ਧਨ ਤੁਹਾਡਾ ਹੈ, ਦੌਲਤ ਤੁਹਾਡੀ ਹੈ, ਰੁਤਬੇ ਤੁਹਾਡੇ ਨੇ, ਇਹ ਸਭ ਕੁਝ ਤੁਹਾਡਾ ਹੈ, ਤੇ ਇੱਕ ਦਿਨ ਅਵਸਥਾ ਬਣੇਗੀ ਕਿ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਰੱਬ ਨੂੰ ਮਿਲਣ ਦੇ ਲਈ ਘਰ ਛੱਡਣ ਦੀ ਲੋੜ ਨਹੀਂ ਹੈ, ਰੱਬ ਨੂੰ ਮਿਲਣ ਦੇ ਲਈ ਕਾਰੋਬਾਰ ਛੱਡਣ ਦੀ ਲੋੜ ਨਹੀਂ ਹੈ, ਰੱਬ ਨੂੰ ਮਿਲਣ ਦੇ ਲਈ ਹੰਕਾਰ ਛੱਡਣ ਦੀ ਲੋੜ ਹੈ, ਪਕੜ ਛੱਡਣ ਦੀ ਲੋੜ ਹੈ। ਜਿੰਨਾ ਚਿਰ ਹਮ ਵਾਲੀ ਭਾਵਨਾ ਹੈ, ਮੈਂ ਵਾਲੀ ਭਾਵਨਾ, ਉਹਨਾਂ ਚਿਰ ਭਾਵੇਂ ਅਸੀਂ ਦੁਨੀਆ ਦੇ ਸਾਰੇ ਧਰਮ ਕਰਮ ਕਰ ਲਈਏ, ਤੀਰਥਾਂ ਤੇ ਨਾ ਲਈਏ, ਕਦੀ ਪ੍ਰਮਾਤਮਾ ਨਾਲ ਸਾਡੀ ਸਾਂਝ ਨਹੀਂ ਬਣੇਗੀ। ਭਗਤ ਸਾਹਿਬ ਜੀ ਨੇ ਕਿਹਾ ਸੀ ਜਬ ਹਮ ਹੋਤੇ ਤਬ ਤੂੰ ਨਹੀਂ। ਜਦੋਂ ਹਮ ਹੈ ਕਿ ਮੈਂ ਹਾਂ, ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਉਹਨਾਂ 'ਚ ਰੱਬ ਦੀ ਗੱਲ ਨਹੀਂ ਹੈ ਭਾਈ। ਅਡੰਬਰ ਜ਼ਰੂਰ ਕਰ ਸਕਦੇ ਹਾਂ,
पर रब की गल नहीं है। ये तो जदों अब तू ही मैं ना ही, हुण जदों ये भावना बन गई कि सब कुछ ही वाहिगुरु दा है, हुण ते मैं है ही नहीं, सब कुछ परमात्मा है, हुण ते तू तू करता तू हुआ मुझ में रहा ना हूँ। ਉਹ ਇਹ ਕਹਿੰਦੇ ਆ ਕਿ ਇਹ ਵਾਹਿਗੁਰੂ ਜੀ ਘਰ ਤੁਹਾਡਾ ਹੈ, ਤੁਸੀਂ ਘਰ 'ਚ ਬੈਠੇ ਹੋ, ਇਹ ਕਾਰੋਬਾਰ ਤੁਹਾਡਾ ਹੈ, ਸਭ ਕੁਝ ਤੁਹਾਡਾ ਹੈ, ਇਹ ਬਸ ਤੂੰ ਕਰਦੇ ਆ, ਇਹ ਤੇਰਾ ਕਰਦੇ ਆ। ਮਨੁੱਖ ਜਿਹੜਾ ਹੈ ਉਹਦੇ ਅੰਦਰੋਂ ਮੇਰਾ ਮਿਟ ਜਾਂਦਾ ਹੈ, ਹੰਕਾਰ ਮਿਟ ਜਾਂਦਾ ਹੈ। ਬਸ ਜਦੋਂ ਹੰਕਾਰ ਮਿਟ ਗਿਆ, ਅੰਦਰੋਂ ਬਾਹਰੋਂ ਨਿਰੰਕਾਰ ਦੇ ਦੀਦਾਰ ਹੋ ਜਾਣਗੇ। ਉਹ ਵਿੱਚ ਇੱਕ ਦੀਵਾਰ ਹੈ, ਇੱਕ ਪਰਦਾ ਹੈ। परमात्मा सर्व व्यापक है, साडे अंदर है, बाहर है, दूर नहीं है, पर सानू नज़र क्यों नहीं आउंदा? विच हौमे भीत करारी, विच एक मैं मेरी दी कंध खड़ी है, हंकार दी कंध बड़ी करड़ी बड़ी मजबूत। वो सतगुरु जी साडी हंकार दी कंध नूं तोड़दे ने। आ जिहड़ा असीं गुरु साहिब जी दी हजूरी च आके को माया भेंट करदे, को पदार्थ भेंट करदे आ, मतां सोचीए कि साडे इन्हां माया दे नाल ही जां गुरु इस माया लई बैठा है जां गुरु नूं माया दी लोड़ है। इहदे च कोई शक नहीं कि दुनिया दे कारज माया नाल ही चलने ने। गुरु दे दर ते बनदियां बिल्डिंगां भी माया नाल ही बननियां ने। लेकिन मेरे कोई 1-2 रुपये देण दे नाल ओह गल नहीं बनदी। मैं की दे सकदा? ये तो सब कुछ परमात्मा दा दित्ता होया। ये गुरु दे दर ते जो कुछ भी असीं भेंट करदे आ ना, वो कुछ भी है, वो माया है, कोई पदार्थ है। वो भेंट करन दा अर्थ कि जिस चीज़ दे नाल साडा मेरा जुड़िया ना, कि धन मेरा है, परिवार मेरा है, दौलत मेरी, ऐ मेरा है, ऐ मेरा है, उस चीज़ नूं त्यागण दा तजर्बा करना। माया नाल प्यार है, थोड़ी माया असीं अर्पण करदे हां, माया भेंट करदे हां, माया भेंट करदे हां, पदार्थ भेंट करदे हां। अज माया भेंट करदे हां, माया दिखावे लई भेंट ना करिए। कई बार ना कई दिखावे लई भेंट करते हैं, वो भेंट का अर्थ ही कोई नहीं, वो भेंटा नहीं होंगी, वो तो अडंबर होंदा। इहो जिहे बड़े ने संसार विच, ਉਹਦਾ कोई अर्थ नहीं है। गुरु के दर ते जो कुछ वाहिगुरु जी दीयां दातां सानूं मिलियां ने, इहदे च है ते साडा कुछ नहीं, रब दा है। रब दीयां दित्तियां दातां चों कुछ अर्पण करना, ये एक तजर्बा है। अर्पण करन दे लई अभ्यास है, एक्सरसाइज है। अज असीं धन अर्पण कर रहे हैं, कल नूं मन भी अर्पण कर देवांगे। जो कुछ बाहरों अर्पण करते करते आखिर मन अर्पण हो जाएगा। ये इवें कह लो एक जाच सीख लें, अस अर्पण करन दी एक तजर्बा कर रहे हैं। सिर असी मत्था टेकते हैं, मत्था टेकण का अर्थ ये है कि असी अपनियां सियाणपां हंकार त्याग रहे हैं, अपना आप अर्पण कर रहे हैं। इस करके सतगुरु जी कहते जदों असी मैं मेरी दी गल त्याग देवांगे, गल आ जाएगी कि महाराज जी सब कुछ तुहाडा है, तेरा तू करता तू हुआ, मुझ में रहा ना हूँ। जब आपा पर का मिट गया, जत देखो तत तू। जदों आपा दा अर्थ है कि अपनत पकड़, जिन्हों आप ममता कहने कि यह मेरा है, यह मेरा है। जो पकड़ की भावना मिट गई ना, फिर तो जिधर देखांगे परमात्मा ही नजर आएगा। फिर ये नहीं कहांगे कि यह घर मेरा है, फिर असी पता की कहांगे, तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाई, ता पौ के हा काड़ा जियो। फिर सानू हर रिश्ते विचों परमात्मा नजर आएगा। तुसी मेरे प्यो हो, तुसी मेरे माँ हो। दरअसल परमात्मा किवें सानू पालदा है? परमात्मा ने सानू पालन दे साधन बनाए ने। माँ प्यो दे राही साडी पालना हुंदी है, होर दुनियावी पदार्थां राही साडी पालना हुंदी। इन्हां 'च ते परमात्मा बैठा होया है, ये तो परमात्मा दे बनाए हुए ने, दिते हुए ने। इस करके जदों मनुख दे अंदरों ये मैं मेरी दी पकड़ खत्म हुंदी है, हौमे मिटदी है, उदों मनुख नूं सारे थावां तो इक्को ही चीज़ नज़र आउंदी कि सब गोबिंद है, सब गोबिंद है, गोबिंद बिन नहीं कोई। सतगुरु श्री गुरु अर्जन देव जी महाराज अज दे मुख वाक राही यही गल सानू दृढ़ करा रहे ने। आओ आप मिल के गुरु के ये अमृत बचनों की विचार सांझी करिए, सतगुरु जी के प्यार विच जुड़दे हां, मन बिरतियां नूं टिकाउण दे लई मुख तो सारे ही उचारण करिए जी। सतनाम श्री वाहिगुरु साहिब जी। सारंग
ਮਹਿਲਾ ਪੰਜਵਾਂ। ਰਸਨਾ ਜਪਤੀ ਤੂੰ ਹੀ। ਗੁਰੂ ਕੇ ਇਹ ਪਾਵਨ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 1215 ਤੇ ਸਬਾਇਮਾਨ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਉਦੋਂ ਫਿਰ ਮਨੁੱਖ ਰਸਨਾ ਤੋਂ ਮੈਂ ਨਹੀਂ ਕਹਿੰਦਾ, ਉਹ ਰਸਨਾ ਤੋਂ ਤੂੰ ਕਹਿੰਦਾ। ਜ਼ਿੰਦਗੀ ਦੇ ਅੰਦਰ ਆਨੰਦ, ਖੁਸ਼ੀ, ਖੇੜਾ ਮਾਨਣ ਦੀ ਜੁਗਤ ਸਤਿਗੁਰੂ ਜੀ ਨੇ ਦਰਸਾਈ। ਰਸਨਾ ਗੁਣ ਗੋਪਾਲ ਨਿਧ ਗਾਇਣ। ਭਾਈ ਰਸਨਾ ਨਾਲ ਉਹ ਗੋਪਾਲ ਜੋ ਪ੍ਰਿਥਵੀ ਨੂੰ ਪਾਲਣ ਵਾਲਾ ਹੈ, ਜੋ ਗੁਣ ਦਾ ਖਜ਼ਾਨਾ ਹੈ, ਉਹਦੇ ਗੁਣ ਗਾਇਆ ਕਰੋ, ਉਹਨੂੰ ਚੇਤੇ ਕਰਿਆ ਕਰੋ। ਰਸਨਾ ਇੱਕ ਅਜਿਹੀ ਚੀਜ਼ ਹੈ, ਅਸੀਂ ਜੋ ਕੁਝ ਵੀ ਸਵਾਦ ਦੇਖਣਾ ਹੁੰਦਾ ਉਹਨੂੰ ਰਸਨਾ ਤੇ ਰੱਖਦੇ ਹਾਂ। ਕੋਈ ਭੋਜਨ ਪਹਿਲਾਂ ਰਸਨਾ ਤੇ ਰੱਖਦੇ ਹਾਂ, ਉਹ ਰਸਨਾ ਤੋਂ ਬਾਅਦ ਫਿਰ ਸਾਰੇ ਸਰੀਰ ਤੇ ਅਸਰ ਕਰਦਾ ਹੈ। ਅਸੀਂ ਕੋਈ ਮਿੱਠਾ ਰੱਖਿਆ ਆਪਣੀ ਜੀਵਾ ਤੇ, ਸਾਰੇ ਸਰੀਰ ਨੂੰ ਪਤਾ ਲੱਗ ਜਾਂਦਾ ਹੈ ਮਿੱਠਾ ਹੈ। ਅਸੀਂ ਕੋਈ ਕੌੜਾ ਰੱਖਿਆ, ਕੋਈ ਸੈੜਾ ਰੱਖਿਆ, ਕੁਝ ਵੀ ਰੱਖਿਆ, ਉਹਦਾ ਪ੍ਰਭਾਵ ਤੱਤਾ ਰੱਖਿਆ, ਠੰਡਾ ਰੱਖਿਆ, ਝੱਟ ਸਾਰੇ ਸਰੀਰ ਤੇ ਅਸਰ ਪੈ ਜਾਂਦਾ ਹੈ। ਰਸਨਾ ਦੇ ਉੱਪਰ ਮਿੱਠੇ ਬੋਲ ਹੋਣਗੇ, ਸਾਰੇ ਸਰੀਰ ਤੇ ਅਸਰ ਪਾਉਣਗੇ। ਰਸਨਾ ਤੇ ਕੌੜੇ ਬੋਲ ਹੋਣਗੇ, ਬੁਰੇ ਬੋਲ ਹੋਣਗੇ, ਉਹ ਸਾਰੇ ਸਰੀਰ ਨੂੰ ਪ੍ਰਭਾਵਿਤ ਕਰਨਗੇ। ਰਸਨਾ ਤੇ ਵਿਕਾਰਾਂ ਦੇ ਬੋਲ ਹੋਣਗੇ, ਉਹ ਸਾਰੇ ਸਰੀਰ ਨੂੰ ਪੀੜਿਤ ਕਰਨਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰਸਨਾ ਜਪਤੀ ਤੂੰ ਹੀ। ਹੇ ਵਾਹਿਗੁਰੂ ਜੀਓ, ਮੇਰੀ ਰਸਨਾ ਜਿਹੜੀ ਹੈ ਨਾ, ਉਹ ਵਾਰ-ਵਾਰ ਤੁਹਾਨੂੰ ਹੀ ਚੇਤੇ ਕਰ ਰਹੀ ਹੈ। ਤੂੰ ਹੀ ਦਾ ਜਾਪ ਕਰ ਰਹੀ ਹੈ ਕਿ ਸਾਰੇ ਥਾਵਾਂ ਤੇ ਤੁਸੀਂ ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਿਸ ਤੂੰ ਹੀ, ਜਿੱਧਰ ਦੇਖਦੇ ਤੂੰ ਹੀ ਹੈ। ਮਨੁੱਖ ਦੇ ਕੋਲ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਦੇਖਣ ਵਾਲੀ। ਪਰਮਾਤਮਾ ਸਦਾ ਹੀ ਸਾਡੇ ਕੋਲ ਹੈ, ਸਰਵ ਵਿਆਪਕ ਹੈ। ਜਿਹੋ ਜੀ ਸਾਡੀ ਦ੍ਰਿਸ਼ਟੀ ਜਾਂ ਐਵੇਂ ਕਹਿ ਲਓ ਸਾਡੀ ਸੁਰਤ ਦਾ ਲੈਵਲ ਹੋਏਗਾ, ਉਹੀ ਕੁਝ ਸਾਨੂੰ ਨਜ਼ਰ ਆਉਣਾ। ਜਦੋਂ ਵਾਹਿਗੁਰੂ ਕੀ ਬਖਸ਼ਿਸ਼ ਹੋ ਗਈ, ਗੁਰੂ ਦਾ ਗਿਆਨ ਸਾਡੇ ਹਿਰਦੇ 'ਚ ਵਸ ਗਿਆ, ਜਦੋਂ ਗੁਰੂ ਦੇ ਇਹ ਬਚਨ ਸਾਨੂੰ ਚੇਤੇ ਰਹੇ ਕਿ ਘਰ ਵਾਹਿਗੁਰੂ ਜੀ ਦਾ ਦਿੱਤਾ ਹੈ, ਬੰਦਿਆ ਤੇਰਾ ਤਾਂ ਸਰੀਰ ਵੀ ਤੇਰਾ ਨਹੀਂ ਹੈ, ਤੇ ਫਿਰ ਅਸੀਂ ਇਹ ਨਹੀਂ ਕਵਾਂਗੇ ਕਿ ਘਰ ਮੇਰਾ ਹੈ। ਫਿਰ ਰਸਨਾ ਸਾਡੀ ਜਿਹੜੀ ਹੈ ਉਸ ਪ੍ਰਮਾਤਮਾ ਨੂੰ ਚੇਤੇ ਕਰੇਗੀ ਤੇ ਜਪਦਿਆਂ ਕੀ ਕਹੇਗੀ ਕਿ ਮਾਤ ਗਰਭ ਤੁਮ ਹੀ ਪ੍ਰਤਪਾਲਕ। ਵਾਹਿਗੁਰੂ ਜੀ ਤੁਸੀਂ ਦੇਖੋ ਕਿੰਨੀ ਕਿਰਪਾ ਕੀਤੀ, ਮਾਤਾ ਕੀ ਉਦਰ 'ਚ ਤੁਸੀਂ ਮੇਰੀ ਪ੍ਰਤਪਾਲਨਾ ਕੀਤੀ ਨਾ। ਬੰਦਾ ਸਿਆਣਾ ਹੁੰਦਾ ਨਾ ਵੱਡਾ, ਇਹ ਥਾਂ ਤੇ ਐਵੇਂ ਮੱਥੇ ਟੇਕੀ ਜਾਂਦਾ, ਕਦੀ ਇੱਟਾਂ ਦੀਆਂ ਢੇਰੀਆਂ ਦੇ ਮੂਹਰੇ ਝੁਕੀ ਜਾਂਦਾ, ਮਿੱਟੀ ਮੂਹਰੇ ਝੁਕੀ ਜਾਂਦਾ, ਪਤਾ ਨਹੀਂ ਕਿੰਨੀਆਂ ਕਬਰਾਂ ਦੇ ਉੱਪਰ, ਕਿੰਨੇ ਬੰਦਿਆਂ ਦੇ ਅੱਗੇ, ਪਸ਼ੂਆਂ ਅੱਗੇ ਝੁਕੀ ਜਾਂਦਾ। ਇਹ ਕੋਈ ਇੱਟਾਂ ਵਾਲਿਆਂ ਨੇ ਮਨੁੱਖ ਦੀ ਸਿਰਜਣਾ ਕੀਤੀ ਹੈ, ਇਹ ਕੋਈ ਕਬਰਾਂ ਨੇ ਮਨੁੱਖ ਦੀ ਸਿਰਜਣਾ ਕੀਤੀ। ਮਨੁੱਖ ਕਿੰਨਾ ਅਗਿਆਨੀ ਹੈ, ਅਕਿਰਤ ਕਣ ਬਣ ਗਿਆ ਕਿ ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ। ਜਿਸ ਪਰਮਾਤਮਾ ਨੇ ਇਹਨੂੰ ਬਣਾਇਆ ਹੈ ਉਹ ਇਹਨੂੰ ਚੇਤੇ ਹੀ ਨਹੀਂ ਹੈ, ਉਹਨੂੰ ਛੱਡ ਕੇ ਹੋਰ ਬੰਨੇ ਭਟਕਦਾ, ਕਹਿੰਦਾ ਜੀ ਮੈਂ ਬੜਾ ਧਰਮੀ ਆ। ਦੇਖਿਆ ਤੁਸੀਂ ਹੰਕਾਰ 'ਚ ਗੁਬਾਰੇ ਵਾਂਗੂ ਫੁੱਲੇ ਫਿਰਦੇ ਮੇਰੇ ਵਰਗੇ ਕੀ ਲੋਕ, ਜੀ ਮੈਂ ਬੜਾ ਧਰਮੀ, ਫਲਾਣੇ ਥਾਂ ਤੇ ਇੰਨੀ ਵਾਰੀ ਜਾਇਆ, ਮੈਂ ਬੜਾ ਧਰਮੀ ਆ। ਧਰਮੀ ਤੇ ਬੰਦਾ ਉਦੋਂ ਬਣੇਗਾ ਜਦੋਂ ਉਸ ਦਾਤੇ ਦੇ ਪਿਆਰ 'ਚ ਜੁੜ ਕੇ ਸਮੁੱਚੀ ਮਾਨਵਤਾ 'ਚ ਉਹਨੂੰ ਦੇਖੇਗਾ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਮਾਤਾ ਕੇ ਉਦਰ 'ਚ ਤੁਸੀਂ ਮੇਰੀ ਪ੍ਰਤਪਾਲਨਾ ਕੀਤੀ ਹੈ ਨਾ, ਹੋਰ ਤੇ ਕਿਸੇ ਨੇ ਨਹੀਂ ਕੀਤੀ। हे ਵਾਹਿਗੁਰੂ ਜੀ ਉੱਥੇ ਵੀ ਤੁਸੀਂ ਪ੍ਰਤਪਾਲਨਾ ਕੀਤੀ। ਗੁਰੂ ਕਾ ਅੰਮ੍ਰਿਤ ਬਚਨ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ। ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਏਡਾ ਵੱਡਾ ਦਾਤਾ, ਅਸੀਂ 4 ਪੈਸੇ ਦੇ ਕੇ ਕਹਿੰਦੇ ਜੀ ਦਾਤੇ ਬਣ ਗਏ, ਕਿਤੇ ਰੋਟੀਆਂ ਖਵਾਤੀਆਂ। ਦੇਖੀਆਂ ਨੇ ਫੋਟੋ ਖਿੱਚੀਆਂ ਕਈਆਂ ਲੋਕਾਂ ਦੀਆਂ, ਮੇਰੇ ਵਰਗੀਆਂ ਨੀਲੀਆਂ ਪੱਗਾਂ ਬੱਧੀਆਂ, ਚਿੱਟੇ ਕੱਪੜੇ ਪਾਏ, ਗਰੀਬਾਂ ਨੂੰ 2 ਰੋਟੀਆਂ ਬਣਾ ਕੇ ਫੋਟੋ ਖਿੱਚੀ ਫਿਰਦੇ ਨੇ। ਇੰਨੇ ਹੋਛੇ ਬੰਦੇ, ਇੰਨੇ ਨਕਮੇ ਬੰਦੇ, ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਵਰਤਾ ਕੇ ਤੇ ਫੋਟੋ ਆਪਣੀ ਵਰਤਾਈ ਚਲੀ ਜਾਂਦੇ ਨੇ, ਰੱਬ ਦਾ ਨਾਂ ਹੀ ਕਿਤੇ ਨਹੀਂ। ਇਹ ਤੇ ਸ਼ੁਕਰ ਕਹੀਏ ਵਾਹਿਗੁਰੂ ਜੀ ਦਾ ਕਿ ਵਾਹਿਗੁਰੂ ਜੀ ਨੇ ਸਾਨੂੰ ਸਮਰੱਥਾ ਦਿੱਤੀ, ਅਸੀਂ ਕਿਸੇ ਦੇ ਕੰਮ ਆਉਣ ਜੋਗੇ ਬਣੇ ਆ। ਸਾਨੂੰ ਇਹ ਵਾਹਿਗੁਰੂ ਜੀ ਨੇ ਵਡਿਆਈ ਦਿੱਤੀ ਕਿ ਸਾਨੂੰ ਇੱਕ ਸਾਧਨ ਬਣਾਇਆ ਕਿਸੇ ਦੀ ਭੁੱਖ ਮਿਟਾਉਣ ਦਾ। ਸਾਨੂੰ ਤੇ ਉਹਦਾ ਧੰਨਵਾਦ ਕਰਨਾ ਚਾਹੀਦਾ, ਸਾਡਾ ਹੈ ਕੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਮਾਤਾ ਕੇ ਉਦਰ ਵਿੱਚ ਤੁਸੀਂ ਸਾਡੀ ਪ੍ਰਤਪਾਲਨਾ ਕੀਤੀ, ਐਡੇ ਵੱਡੇ ਤੁਸੀਂ ਦਾਤੇ, ਸਾਡੀ ਉੱਥੇ ਵੀ ਤੁਸੀਂ ਸੰਭਾਲ ਕਰਦੇ ਰਹੇ, ਸਾਡੀ ਪ੍ਰਤਪਾਲਨਾ ਕਰਦੇ ਰਹੇ। ਮਿਰਤ ਮੰਡਲ ਇੱਕ ਤੂੰ ਹੀ, ਮਿਰਤ ਮੈਣਾ ਮੌਤ ਦਾ ਘਰ। ਇਹ ਜਗਤ ਜਿਹੜਾ ਮਿਰਤ ਮੰਡਲ ਹੈ,
ਇਹ ਮੌਤ ਦਾ ਘਰ ਹੈ। ਇੱਥੇ ਕੋਈ ਮੌਤ ਤੋਂ ਬਚ ਨਹੀਂ ਸਕਦਾ। ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ। ਇੱਥੇ ਜੋ ਆਇਆ ਹੈ ਉਹਨੂੰ ਜਾਣਾ ਪੈਣਾ ਹੈ। ਇੱਥੇ ਮੁਕਾਮ ਕਿਸੇ ਦਾ ਨਹੀਂ ਹੈ। ਬੜੇ ਆਏ ਕਹਿਣ ਵਾਲੇ ਕਿ ਇਹ ਸਾਡਾ ਹੈ, ਅਸੀਂ ਇੱਥੇ ਬੈਠੇ ਰਹਿਣਾ ਹੈ, ਉਹਨਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ ਧਰਤੀ 'ਤੇ। ਜਿਨ੍ਹਾਂ ਨੇ ਵੱਡੇ ਵੱਡੇ ਆਪਣੇ ਨਾਂ ਬਣਾਉਣ ਲਈ ਯਤਨ ਕੀਤੇ, ਵੱਡੇ ਵੱਡੇ ਆਪਣੇ ਨਿਸ਼ਾਨ ਕਾਇਮ ਕਰਨ ਦਾ ਯਤਨ ਕੀਤਾ, ਅੱਜ ਲੱਭਦੇ ਹੀ ਨਹੀਂ ਧਰਤੀ 'ਤੇ। ਕਿੱਧਰ ਗਵਾਚ ਗਏ ਨੇ? ਕਿਤੇ ਨਹੀਂ ਹੈ, ਨਜ਼ਰ ਨਹੀਂ ਆਉਂਦੇ। ਵੀਰ ਅਪਾਰ ਵੱਡੇ ਬਰਿਆਰ ਅਵਿਚਾਰੇ ਸਾਰ ਕੀ ਧਾਰ ਬਸ਼ਈਆ, ਤੋਰ ਦੇਸ਼ ਮਲਿੰਦ ਮਨਵਾਸਨ ਗਾੜੇ ਗਣਾਨ ਕੀ ਮਾਣ ਮੜੀਆ। ਏਡੇ ਵੱਡੇ ਯੋਧੇ ਆਏ, ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਤੋੜਨ ਵਾਲੇ ਲੱਭਦੇ ਨਹੀਂ ਅੱਜ। ਸਤਿਗੁਰੂ ਜੀ ਕਹਿੰਦੇ ਮਿਰਤ ਮੰਡਲ ਹੈ, ਮਿਰਤ ਮੰਡਲ ਜਗ ਸਾਜਿਆ, ਜੋ ਬਾਲੂ ਘਰ ਬਾਹਰ। ਜਗਤ ਮਿਰਤ ਮੰਡਲ ਹੈ। ਬਾਲੂ ਕਹਿੰਦੇ ਨੇ ਰੇਤ ਨੂੰ, ਜਿਵੇਂ ਰੇਤ ਦਾ ਘਰ ਹੋਏ ਨਾ, ਰੇਤ ਦਾ ਘਰ ਜਿਹੜਾ ਹੈ, ਰੇਤ ਦਾ ਘਰ ਟਿਕ ਹੀ ਨਹੀਂ ਸਕਦਾ। ਰੇਤ ਕਿਰਦੀ ਰਹਿੰਦੀ, ਆਖਰ ਉਹਦੀ ਬਣਾਈ ਚੀਜ਼ ਜਿਹੜੀ ਹੈ ਖਤਮ ਹੋ ਜਾਂਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਜਗਤ ਮਿਰਤ ਮੰਡਲ ਹੈ। ਮਾਤ ਗਰਭ ਵਿੱਚ ਵੀ ਵਾਹਿਗੁਰੂ ਜੀ ਤੁਸੀਂ ਮੇਰੇ ਪ੍ਰਤਪਾਲਕ ਸੀ, ਉੱਥੇ ਵੀ ਤੁਸੀਂ ਰਿਜ਼ਕ ਦਿੱਤਾ, ਤੇ ਹੁਣ ਵੀ ਤੁਸੀਂ ਮੇਰੇ ਪ੍ਰਤਪਾਲਕ ਹੋ। ਇਸ ਮੌਤ ਦੇ ਘਰ 'ਚ ਤੁਸੀਂ ਮੇਰੇ ਰਖਵਾਲੇ ਹੋ। ਮੌਤ ਤਾਂ ਸਿਰ ਤੇ ਮੰਡਰਾ ਰਹੀ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਬੰਦਿਆ ਤੇਰੇ ਮਮਸਰ ਮੋਏ ਮੋਏ ਅਜ਼ਰਾਇਲ ਗ੍ਰਿਫਤ। ਸਾਡੇ ਸਿਰ ਤੇ ਹਰ ਵੇਲੇ ਅਜ਼ਰਾਇਲ ਫਰਿਸ਼ਤਾ ਸਾਨੂੰ ਸਿਰ ਤੋਂ ਫੜੀ ਬੈਠਾ ਹੈ। ਉਸ ਮੌਤ ਤੋਂ ਜੇ ਬਚਾਉਂਦਾ ਹੈ ਤੇ ਪ੍ਰਮਾਤਮਾ ਬਚਾਉਂਦਾ ਹੈ। ਜਿੰਨਾ ਚਿਰ ਰੱਖਦਾ ਹੈ ਪ੍ਰਮਾਤਮਾ ਰੱਖਦਾ ਹੈ। ਮੌਤ ਤੋਂ ਬਚ ਨਹੀਂ ਕੋਈ ਸਕਦਾ। ਇਹ ਜਿਹੜਾ ਅਸੀਂ ਜਿੰਨੇ ਵੀ ਸਾਲ ਜਿੰਨੇ ਵੀ ਦਿਨ ਜਿਉ ਰਹੇ ਹਾਂ ਨਾ, ਇਹ ਕੋਈ ਆਪਣੀ ਸਿਆਣਪ ਨਾਲ ਨਹੀਂ। ਇਹ ਕੋਈ ਨਹੀਂ ਕਿ ਆਪਣੇ ਬਲ ਬੋਤੇ। ਬੜਾ ਬੰਦੇ ਨੂੰ ਮਾਣ ਹੁੰਦਾ ਹੈ ਕਿ ਮੇਰੀ ਸਿਕਿਉਰਿਟੀ ਬੜੀ ਮੈਨੂੰ ਬਚਾ ਲੇਗੀ। ਤੁਸੀਂ ਦੇਖਦੇ ਆ ਸਿਕਿਉਰਿਟੀ ਲੈਣ ਲਈ ਕਿੰਨੇ ਕਿੰਨੇ ਝੂਠ ਬੋਲਦੇ ਨੇ ਸਾਡੇ ਮੁਲਕ ਦੇ ਲੋਕ, ਕਿੰਨੇ ਕਿੰਨੇ ਕੁਫਰ ਤੋਲਦੇ ਨੇ ਕਿ ਸ਼ਾਇਦ ਸਾਨੂੰ ਸਿਕਿਉਰਿਟੀ ਬਚਾ ਲੇਗੀ। ਤੇ ਜਦੋਂ ਮੌਤ ਆਉਂਦੀ, ਸਿਕਿਉਰਿਟੀ ਮੌਤ ਦਾ ਕਾਰਨ ਬਣ ਜਾਂਦੀ ਹੈ। ਉੱਥੇ ਬੈਠੇ ਹੁੰਦੇ ਨੇ ਮਾਰਨ ਵਾਲੇ, ਉਹਦੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਪੈਦਾ ਹੋ ਜਾਂਦੀ ਹੈ। ਇਸ ਕਰਕੇ ਜਦੋਂ ਮਰਨਾ ਨਾ, ਉਦੋਂ ਕੋਈ ਬਚਾ ਨਹੀਂ ਸਕਦਾ। ਗੁਰਬਾਣੀ ਇਹ ਗੱਲ ਕਹਿੰਦੀ ਬਹੁਤ ਜਲਵਾ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ। ਬੜਾ ਬਲਵਾਨ ਬੰਦਾ ਹੋਏ, ਬੜੇ ਯਤਨ ਕਰਦਾ ਹੋਏ, ਚਾਰ ਸਵੇਰੇ ਵੱਡੇ ਵੱਡੇ ਸੂਰਮੇ ਬਾਡੀਗਾਰਡ ਉਹਦੀ ਸੇਵਾ ਕਰਦੇ ਹੋਣ, ਪਰ ਸਤਿਗੁਰੂ ਜੀ ਕਹਿੰਦੇ ਨੇ ਸਭ ਕੁਝ ਕਰਦਾ ਹੋਏ ਹੋਵੰਤ ਆਗਿਆ ਭਗਵਾਨ ਪੁਰਖੇ ਨਾਨਕ ਕੀਟੀ ਸਾਚ ਅਕਰਖਤ ਹੈ। ਪਰਮਾਤਮਾ ਦਾ ਹੁਕਮ ਹੋ ਜੇ ਤੇ ਇੱਕ ਕੀੜੀ ਵੀ ਸਾਹ ਖਿੱਚ ਲੈਂਦੀ। ਉੱਥੇ ਕੋਈ ਤੋਪ ਦੇ ਗੋਲੇ ਦੀ ਲੋੜ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਜਿਹੜਾ ਮਿਰਤ ਮੰਡਲ 'ਚ ਅਸੀਂ ਆਏ ਹਾਂ, ਇੱਥੇ ਵੀ ਤੁਸੀਂ ਸਾਡੇ ਰਖਵਾਲੇ ਹੋ, ਤੁਸੀਂ ਸਾਡੇ ਪ੍ਰਤਪਾਲਕ ਹੋ। ਗੁਰੂ ਸਾਹਿਬ ਜੀ ਨੇ ਇੱਕ ਥਾਂ ਦੇ ਬਚਨ ਕਿ ਮਾਤ ਗਰ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰੱਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰ ਨਹਾਰੇ। ਇਹ ਜਿਹੜਾ ਅੱਗ ਦਾ ਸਮੁੰਦਰ ਹੈ, ਜਿੱਥੇ ਅਥਾਹ ਲਹਿਰਾਂ ਚੱਲ ਰਹੀਆਂ ਨੇ, ਵਾਹਿਗੁਰੂ ਜੀ ਜਿਵੇਂ ਮਾਤਾ ਕੇ ਉਧਰ ਤੁਸੀਂ ਸਾਡੀ ਪ੍ਰਤਪਾਲਨਾ ਕੀਤੀ, ਇੱਥੇ ਵੀ ਤੁਸੀਂ ਹੀ ਸਾਨੂੰ ਬਚਾਉਣਾ ਹੈ। ਇਹ ਮਾਇਆ ਦੀ ਮਾਰ ਤੋਂ, ਇਹ ਵਿਕਾਰਾਂ ਦੀ ਮਾਰ ਤੋਂ ਸਾਨੂੰ ਤੁਸੀਂ ਬਚਾਉਣਾ ਹੈ। ਮਿਰਤ ਮੰਡਲ ਇੱਕ ਤੂੰ ਹੀ। ਇਸ ਮੌਤ ਦੇ ਘਰ ਵਿੱਚ ਹੀ ਤੁਸੀਂ ਮੇਰਾ ਇੱਕ ਆਸਰਾ ਹੋ। ਤੁਹਾਡੇ ਤੋਂ ਬਿਨਾਂ ਹੋਰ ਕੋਈ ਮੇਰਾ ਆਸਰਾ ਨਹੀਂ ਹੈ। ਰਹਾਓ ਤੁਮ ਹੈ ਪਿਤਾ, ਤੁਮ ਹੀ ਫੋਨ ਮਾਤਾ, ਤੁਮ ਹੈ ਮੀਤ ਹਿਤ ਭਰਾਤਾ। ਤੁਸੀਂ ਹੀ ਪਿਤਾ ਹੋ ਮੇਰੇ। ਪਿਤਾ ਦੇ ਰੂਪ 'ਚ ਤੁਸੀਂ ਮੈਨੂੰ ਪਾਲਿਆ ਹੈ। ਦੇਖੋ ਪਿਤਾ 'ਚ ਵੀ ਤੇ ਪਰਮਾਤਮਾ ਬੈਠਾ ਹੈ, ਮਾਂ 'ਚ ਵੀ ਤੇ ਪਰਮਾਤਮਾ ਬੈਠਾ ਹੈ ਨਾ। ਜੇ ਉਹਨਾਂ 'ਚ ਰੱਬੀ ਜੋਤ ਹੈ ਤਾਂ ਹੀ ਉਹਨਾਂ ਨੇ ਸਾਨੂੰ ਜਨਮ ਦਿੱਤਾ ਹੈ, ਤਾਂ ਹੀ ਉਹਨਾਂ ਨੇ ਸਾਨੂੰ ਪਾਲਿਆ ਹੈ। ਤੁਸੀਂ ਹੀ ਮੇਰੇ ਪਿਓ ਹੋ। ਇਹ ਵਾਹਿਗੁਰੂ ਜੀ ਤੁਸੀਂ ਹੀ ਮੇਰੀ ਮਾਂ ਹੋ, ਔਰ ਇੱਥੇ ਬਸ ਤੁਸੀਂ ਮੇਰੇ ਮਿੱਤਰ ਹੋ, ਤੁਸੀਂ ਮੇਰੇ ਭਰਾ ਹੋ, ਸਭ ਕੁਝ ਤੁਸੀਂ ਹੋ ਮੇਰੇ। ਪਰਮਾਤਮਾ ਵਰਗਾ ਤੇ ਮਿੱਤਰ ਹੈ ਕੋਈ ਨਹੀਂ। ਮਾਂ ਪਿਓ ਸਾਡੇ ਇਹ ਦੁਨਿਆਵੀ ਸਾਧਨ ਨੇ ਇਸ ਧਰਤੀ ਤੇ ਆਉਣ ਦੇ, ਪਾਲਣ ਦੇ, ਵੱਡਿਆਂ ਹੋਣ ਦੇ। ਪਰ ਜ਼ਰੂਰੀ ਨਹੀਂ ਹੈ ਕਿ ਇਹ ਮਾਂ ਪਿਓ ਰੱਬ ਵਰਗੇ ਮਾਂ ਬਾਪ ਬਣ ਸਕਣ। ਪਰਮਾਤਮਾ ਕਿਹੋ ਜਿਹਾ ਮਾਂ ਬਾਪ ਹੈ, ਉਹ ਤੇ ਕਦੀ ਗੁੱਸੇ ਹੀ ਨਹੀਂ ਹੁੰਦਾ, ਕਦੀ ਨਾਰਾਜ਼ ਹੀ ਨਹੀਂ ਹੁੰਦਾ। ਵਾਹਿਗੁਰੂ ਜੀ ਤੁਸੀਂ ਮੇਰੇ ਮਾਂ ਹੋ, ਤੁਸੀਂ ਮੇਰੇ ਪਿਓ ਹੋ, ਔਰ ਤੁਸੀਂ ਹੀ ਮੇਰੇ ਭਰਾ ਹੋ, ਤੁਸੀਂ ਹੀ ਮੇਰੇ ਮਿੱਤਰ ਹੋ। ਤੁਹਾਡੇ ਵਰਗਾ ਮਿੱਤਰ ਹੀ ਕੋਈ ਨਹੀਂ ਦੁਨੀਆ 'ਚ। ਹੋਰ ਬੜੇ ਨੇ ਮੌਕੇ ਤੇ ਜਦ ਸਵਾਰਥ ਹੁੰਦਾ ਹੈ, ਕਹਿੰਦੇ ਅਸੀਂ ਤੁਹਾਡੇ ਹਾਂ, ਤੁਹਾਡਾ ਸਾਥ ਦੇਵਾਂਗੇ। ਪਰ ਜਦੋਂ ਔਖਾ ਸਮਾਂ ਹੁੰਦਾ ਹੈ ਨਾ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ
ਟੇਕ ਏਕ ਰਘੁਨਾਥ। ਸੰਗੀ ਸਾਥੀ ਸਾਰੇ ਭੱਜ ਜਾਂਦੇ ਨੇ, ਕੋਈ ਨਾਲ ਨਹੀਂ ਨਿਭਦਾ। ਅਜਿਹੇ ਮੌਕੇ ਤੇ ਕੇਵਲ ਆਸਰਾ ਓਟ ਪਰਮਾਤਮਾ ਦੀ ਹੁੰਦੀ ਹੈ। ਪਰਮਾਤਮਾ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੈ। ਇਹ ਸਾਡੀਆਂ ਦੁਨਿਆਵੀ ਰਿਸ਼ਤੇਦਾਰੀਆਂ ਜ਼ਰੂਰੀ ਨੇ, ਮੁਬਾਰਕ ਨੇ, ਵਾਹਿਗੁਰੂ ਜੀ ਨੇ ਦਿੱਤੀਆਂ ਨੇ, ਸਾਰਿਆਂ ਨੂੰ ਦੇਵੇ, ਲੇਕਿਨ ਇਹ ਸਾਡੇ ਸਰੀਰ ਦੀ ਪ੍ਰਤਿਪਾਲਨਾ ਕਰ ਸਕਦੇ ਨੇ। ਸਰੀਰ ਹੀ ਅਸੀਂ ਨਹੀਂ ਹਾਂ। ਸਰੀਰ ਇੱਕ ਸਾਧਨ ਹੈ, ਅਸੀਂ ਸਰੀਰ ਨਹੀਂ ਹਾਂ। ਦੇਖੋ ਨਾ, ਸਰੀਰ ਇੱਥੇ ਰਹਿ ਜਾਂਦਾ ਸੀ, ਕਹਿੰਦੇ ਫਲਾਣਾ ਸਰੀਰ ਛੱਡ ਗਿਆ, ਇਹਦਾ ਮਤਲਬ ਜਿਹੜਾ ਅਸੀਂ ਸੀ ਚਲੇ ਗਏ, ਸਰੀਰ ਇੱਥੇ ਰਹਿ ਗਿਆ, ਸਰੀਰ ਛੱਡ ਗਿਆ। ਸਰੀਰ ਅਸੀਂ ਨਹੀਂ ਹਾਂ। ਸਰੀਰ ਇੱਕ ਸਾਧਨ ਹੈ, ਸਰੀਰ ਇੱਕ ਘਰ ਹੈ, ਸਰੀਰ ਇੱਕ, ਇਵੇਂ ਕਹਿ ਲਓ, ਟਾਈਮ ਪਾਸ ਕਰਨ ਲਈ ਸਾਨੂੰ ਵਾਹਿਗੁਰੂ ਜੀ ਨੇ ਦਾਤ ਦਿੱਤੀ ਸੀ ਬੜੀ ਸੋਹਣੀ ਸਰੀਰ ਦੀ। ਸਰੀਰ ਅਸੀਂ ਨਹੀਂ ਹਾਂ। ਅਸੀਂ ਤੇ ਅੰਦਰ ਹੋਰ ਹੀ ਕੁਝ ਹਾਂ। ਪ੍ਰਾਣ ਵੀ ਅਸੀਂ ਨਹੀਂ ਹਾਂ, ਮਨ ਵੀ ਅਸੀਂ ਨਹੀਂ ਹਾਂ। ਉਹ ਜਿਹੜਾ ਅੰਦਰ ਹੈ ਨਾ ਬੈਠਾ ਹੋਇਆ, ਉਸ ਜੀਵਨ ਦੀ ਪ੍ਰਤਿਪਾਲਨਾ ਕੋ ਮਾਂ ਬਾਪ ਥੋੜ੍ਹਾ ਕਰ ਸਕਦਾ। ਇਵੇਂ ਕਹਿ ਲਓ ਕਿ ਸਾਡੇ ਅੰਦਰ ਜਿਹੜਾ ਜੀਵਨ ਹੈ, ਅੰਦਰ ਜਿਹੜਾ ਮਨੁੱਖ ਹੈ, ਉਹਦੀ ਪ੍ਰਤਿਪਾਲਨਾ ਸਰੀਰਕ ਵਾਲੇ ਮਾਂ ਬਾਪ ਨਹੀਂ ਕਰ ਸਕਦੇ। ਇਹ ਬਾਹਰੀ ਮਾਂ ਬਾਪ ਸਰੀਰ ਨੂੰ ਕੋਈ ਸੁੱਖ ਦੇ ਸਕਦੇ ਨੇ, ਭੋਜਨ ਖਵਾ ਸਕਦੇ ਨੇ, ਪ੍ਰਤਿਪਾਲਨਾ ਕਰ ਸਕਦੇ ਨੇ, ਕੋਈ ਸੇਧ ਦੇ ਸਕਦੇ ਨੇ, ਕੋਈ ਰੱਖਿਆ ਕਰ ਸਕਦੇ ਨੇ। ਲੇਕਿਨ ਜੋ ਅਸੀਂ ਆ ਨਾ, ਉੱਥੇ ਮਾਂ ਬਾਪ ਸਾਡੀ ਕੋਈ ਰੱਖਿਆ ਨਹੀਂ ਕਰਨਗੇ। ਜਦੋਂ ਇਹੋ ਜਿਹਾ ਮੌਕਾ ਹੁੰਦਾ ਨਾ, ਗੁਰਬਾਣੀ ਕਹਿੰਦੀ ਚਾਹੇ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾਂ ਨਾਮ ਤੇਰਾ ਸੰਗ ਸਾਈ। ਜਿੱਥੇ ਮਾਂ ਬਾਪ ਵੀ ਨਹੀਂ ਸਾਡਾ ਸਾਥ ਦੇ ਸਕਦੇ, ਅਸੀਂ ਮਾਂ ਬਾਪ ਦਾ ਨਹੀਂ ਦੇ ਸਕਦੇ, ਮਾਂ ਬਾਪ ਸਾਡਾ ਨਹੀਂ ਦੇ ਸਕਦੇ, ਉੱਥੇ ਕੌਣ ਸਾਡਾ ਰਖਵਾਲਾ ਹੈ? ਸਤਿਗੁਰੂ ਜੀ ਕਹਿੰਦੇ, ਵਾਹਿਗੁਰੂ ਜੀਓ, ਤੁਮਹਿ ਪਿਤਾ ਤੁਮਹਿ ਫੁਨ ਮਾਤਾ, ਤੁਮਹਿ ਮੀਤ ਹਿਤ ਭਰਾਤਾ। ਤੁਸੀਂ ਹੀ ਮੇਰੇ ਪਿਤਾ ਹੋ, ਮਾਤਾ ਹੋ, ਮੇਰੇ ਭਰਾ ਹੋ, ਤੁਸੀਂ ਹੀ ਮੇਰੇ ਮਿੱਤਰ ਹੋ। ਤੁਮ ਪਰਿਵਾਰ ਤੁਮਹਿ ਆਧਾਰਾ, ਤੁਮਹਿ ਜੀ ਪ੍ਰਾਨ ਦਾਤਾ। ਤੁਸੀਂ ਹੀ ਮੇਰਾ ਪਰਿਵਾਰ ਹੋ ਜੀ, ਤੁਸੀਂ ਹੀ ਮੇਰਾ ਆਸਰਾ ਹੋ, ਤੁਸੀਂ ਹੀ ਮੇਰੇ ਜੀ ਦਾ ਜੀਵਨ ਹੋ, ਮੈਨੂੰ ਪ੍ਰਾਣਾਂ ਦਾ ਦਾਨ ਦੇਣ ਵਾਲੇ ਹੋ। ਪ੍ਰਾਣ ਦਾਤਾ, ਪ੍ਰਾਣਾਂ ਦਾ ਦਾਨ ਦੇਣ ਵਾਲੇ ਤੁਸੀਂ ਹੋ। ਇਹ ਜੋ ਕੁਝ ਵੀ ਹੈ ਨਾ ਮੇਰੀ ਜ਼ਿੰਦਗੀ 'ਚ, ਇਹ ਵਾਹਿਗੁਰੂ ਜੀ, ਇਹ ਤੁਹਾਡੀ ਬਖਸ਼ਿਸ਼ ਹੈ, ਤੁਹਾਡੀ ਕਿਰਪਾ ਹੈ। ਤੁਹਾਡੇ ਤੋਂ ਬਿਨਾਂ ਮੇਰਾ ਜੀਵਨ ਹੈ ਹੀ ਨਹੀਂ ਹੈ। ਸਤਿਗੁਰੂ ਜੀ ਨੇ ਬਚਨ ਕਿਹਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੀ ਖਟਾਨੀ। ਇਹ ਜਿਸ ਵਾਹਿਗੁਰੂ ਜੀ ਨੇ ਤਨ ਦਿੱਤਾ ਹੈ, ਜਿਸ ਨੇ ਧਨ ਦਿੱਤਾ ਹੈ, ਮਨ ਵੀ ਉਹਦਾ ਹੈ, ਉਹੀ ਅੰਤਰਜਾਮੀ, ਉਹੀ ਸਾਡਾ ਪ੍ਰਤਿਪਾਲਕ ਹੈ, ਉਹੀ ਸਾਡੇ ਪ੍ਰਾਣਾਂ ਦਾ ਦਾਤਾ ਹੈ, ਸਾਡੀ ਜ਼ਿੰਦਗੀ ਦਾ ਆਧਾਰ ਹੈ। ਰੱਬ ਦੇ ਪਿਆਰੇ ਜਿਨ੍ਹਾਂ ਨੂੰ ਸੋਝੀ ਹੁੰਦੀ, ਭਗਤ ਜਨਾ ਕੀ ਬਰਤਨ ਨਾਮ, ਸੰਜਨਾ ਕੇ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧ ਕਮਾਤ। ਰੱਬ ਦੇ ਪਿਆਰਿਆਂ ਦੀ ਜ਼ਿੰਦਗੀ ਦੀ ਬਰਤਨ, ਬਰਤਨ ਦਾ ਅਰਥ ਜਿਹੜੀ ਨਿੱਚ ਵਰਤੋਂ 'ਚ ਆਉਣ ਵਾਲੀ ਚੀਜ਼ ਹੈ, ਉਹ ਪਰਮਾਤਮਾ ਹੀ ਹੈ। ਤੇ ਗੁਰਬਾਣੀ ਕਹਿੰਦੀ ਹੈ, ਜਦੋਂ ਮਨੁੱਖ ਨੂੰ ਸੋਝੀ ਹੋ ਜਾਏ, ਉਹ ਇਹ ਗੱਲ ਕਹਿੰਦਾ ਹੈ कि हर नाम हमारा भोजन 36 प्रकार, जित खाए हमको तृप्त पई। ये नाम ही साडी जिंदगी 36 प्रकार का भोजन है, जिन्हों खाद्या तृप्ति मिलती है। बाहर दे भोजन 36 की जगह बंदा भावें 36,000 प्रकार दे खा ले, भुख मिटती नहीं है। 36 तरह के पदार्थों की गिणती तो पुरानी, अज गिणो तो किन्ने पदार्थ ने, हज़ारां ही ने। ਆਪਾਂ ਜਾਂਦੇ ਹੀ ਹਾਂ ਵਿਆਹਾਂ ਸ਼ਾਦੀਆਂ ਤੇ, ਕਿੰਨੇ ਕਿੰਨੇ ਸਟਾਲ ਲੱਗੇ ਹੁੰਦੇ, ਕੋਈ 36 ਸਟਾਲ ਹੁੰਦੇ ਨੇ, ਕੋਈ ਉੱਥੇ ਪਤਾ ਨਹੀਂ ਕਿੰਨੇ ਕਿੰਨੇ ਸੈਂਕੜੇ ਸਟਾਲ ਲੱਗੇ ਹੁੰਦੇ ਨੇ। ਜਿੰਨੇ ਮਰਜ਼ੀ ਪਦਾਰਥ ਬੰਦਾ ਖਾ ਲੇ, ਭੁੱਖ ਤਾਂ ਨਹੀਂ ਮਿਟਦੀ ਸੀ। ਇਹ ਤਾਂ ਨਹੀਂ ਕਹਿੰਦੇ ਕਿ ਇਹ ਵਿਆਹ ਤੇ ਹੁਣ ਜਾਏ ਆ ਤੇ 100-150 ਸਟਾਲ ਤੇ ਗੇੜਾ ਮਾਰ ਲਿਆ, ਹੁਣ ਸਾਨੂੰ 150 ਦਿਨ ਲੋੜ ਹੀ ਨਹੀਂ। ਆਪਾਂ ਤੇ ਕਦੀ ਨਹੀਂ ਕਹੇ ਕਿ ਹੋਰ ਆ ਜੇ ਨਾ ਇਹੋ ਜਿਹਾ ਵਿਆਹ ਕਿਤੇ ਫਿਰ ਗੇੜਾ ਮਾਰ ਲਈਏ। ਜਿੰਨੇ ਮਰਜ਼ੀ ਹਜ਼ਾਰਾਂ ਤਰ੍ਹਾਂ ਦੇ ਪਦਾਰਥ ਮਨੁੱਖ ਖਾਈ ਜਾਏ, ਇਹਦੀ ਭੁੱਖ ਨਹੀਂ ਮਿਟਦੀ। वो भोजन साडा नाम है। हर नाम हमारा भोजन 36 प्रकार, जित खाए हमको तृप्त पई। हर नाम हमारा कपड़, जित पहनदे फिर नंगे ना होवे, होर पहनण की हमारी शर्द गई। नाम ही कपड़ा है। कपड़ा असी इज्जत लई पहनदे हां, शोभा लई पहनदे हां, लोकां 'च साडी प्रभुता बने इहदे लई पहनदे हां। जे ते कपड़ा कल्ला
ਪਰਦਾ ਹੀ ਢੱਕਣ ਲਈ ਹੋਏ ਤੇ ਕੱਪੜਾ ਤੇ ਕੋਈ ਵੀ ਪਾਇਆ ਜਾ ਸਕਦਾ ਹੈ। ਕੱਪੜੇ ਦੇ ਪਰਦਾ ਢੱਕਣ ਦੇ ਨਾਲ ਕੱਪੜੇ ਦੇ ਨਾਲ ਸਾਡੀ ਇੱਜ਼ਤ, ਸਾਡਾ ਸਨਮਾਨ ਬਣਦਾ ਸਮਾਜ। ਅਸੀਂ ਫਿਰ ਵਧੀਆ ਕੱਪੜਾ ਪਾਉਣਾ ਚਾਹੁੰਦੇ ਹਾਂ, ਬ੍ਰਾਂਡਡ ਕੰਪਨੀਆਂ ਦੇ ਕੱਪੜੇ ਪਾਉਣਾ ਚਾਹੁੰਦੇ ਕਿ ਸਾਡਾ ਸਮਾਜ ਵਿੱਚ ਮਾਣ ਬਣੇਗਾ, ਸਤਿਕਾਰ ਬਣੇਗਾ। ਸਤਿਗੁਰੂ ਜੀ ਕਹਿੰਦੇ ਸਾਡੇ ਲਈ ਉਹ ਕੱਪੜਾ ਵਾਹਿਗੁਰੂ ਜੀ ਦਾ ਨਾਮ ਹੀ ਹੈ। ਉਹਨੇ ਸਾਡੀ ਇੱਜ਼ਤ ਢੱਕਣੀ, ਉਹਨੇ ਸਾਡੀ ਇੱਜ਼ਤ ਬਣਾਉਣੀ ਹੈ, ਉਹਨੇ ਸਾਡੀ ਸ਼ੋਭਾ ਬਣਾਉਣੀ ਹੈ। ਰੱਬ ਦੇ ਪਿਆਰਿਆਂ ਦੀ ਜ਼ਿੰਦਗੀ 'ਚ ਹਰ ਚੀਜ਼ ਜਿਹੜੀ ਹੈ ਉਹ ਨਾਮ ਹੈ। ਉਹਨਾਂ ਨੇ ਨਾਮ ਦੇ ਨਾਲ ਹੀ ਰਿਸ਼ਤੇਦਾਰੀ ਪਾ ਲਈ। ਔਰ ਸਾਹਿਬ ਜੀ ਕਹਿੰਦੇ ਹੈ ਵਾਹਿਗੁਰੂ ਜੀ ਤੁਸੀਂ ਸਾਡੇ ਪ੍ਰਾਣਾਂ ਦੇ ਦਾਤਾ ਹੋ, ਪ੍ਰਾਣ ਦਾਨ ਦੇਣ ਵਾਲੇ। ਕੋਈ ਦੇਖੋ ਭੋਜਨ ਦਾ ਦਾਨ ਦਿੰਦਾ ਹੈ, ਉਹ ਵੀ ਦੇ ਕੇ ਬੰਦਾ ਆਡੰਬਰ ਕਰਦਾ ਹੈ। ਕਿਤੇ ਰੋਟੀ ਭੁੱਖੇ ਨੂੰ ਖਵਾਤੀ ਦਿਖਾਵਾ ਕਰਦਾ ਹੈ, ਕਿਸੇ ਨੂੰ ਕੋਈ 4 ਰੁਪਈਏ ਦੇ ਤੇ, ਕੋਈ ਕੱਪੜਾ ਦੇਤਾ, ਕਿਸੇ ਹੋਰ ਮਦਦ ਕਰਤੀ। ਆਪਾਂ ਦੇਖਦੇ ਕਿੰਨਾ ਰੌਲਾ ਹੈ। ਜਿਹੜੇ ਐਕਚੁਅਲੀ ਸੇਵਾ ਕਰਨ ਵਾਲੇ ਉਹਨਾਂ ਦੇ ਨਾਂ ਦਾ ਕਿਸੇ ਨੂੰ ਪਤਾ ਨਹੀਂ ਹੈ। ਸੇਵਾ ਕਰਨ ਵਾਲਿਆਂ ਦੇ ਨਾਂ ਦਾ ਕਿਸੇ ਨੂੰ ਨਹੀਂ ਪਤਾ। ਬਹੁਤ ਨੇ ਜਿਨ੍ਹਾਂ ਦੇ ਸਿਰ ਤੇ ਇਹ ਦੁਨੀਆ ਚੱਲ ਰਹੀ ਹੈ, ਸੇਵਾ ਕਰਨ ਵਾਲੇ। ਜਿਨ੍ਹਾਂ ਦਾ ਜਿਹੜੇ ਕਰਨਾ ਚਾਹੁੰਦੇ ਰੌਲਾ ਉਹਨਾਂ ਦਾ ਹੈ। ਤੁਸੀਂ ਫੋਟੋਆਂ ਦੇਖੀ ਜਾਓਗੇ, ਥਾਂ ਥਾਂ ਤੇ ਲੱਗੀਆਂ ਹੋਈਆਂ ਨੇ। ਤੁਹਾਡੇ ਤੇ ਘਰ 'ਚ ਜੇਬ 'ਚ ਹੀ ਪਹੁੰਚ ਜਾਂਦੀਆਂ ਨੇ ਫੋਟੋਆਂ ਕਿ ਫਲਾਣੇ ਥਾਂ ਤੇ ਅਸੀਂ ਰੋਟੀਆਂ ਖਵਾਈਆਂ ਜੀ, ਫਲਾਣੇ ਥਾਂ ਤੇ ਅਸੀਂ ਦਵਾਈ ਵੰਡੀ ਜੀ। ਉਹ ਫੋਟੋ ਕਲਚਰ ਆ ਗਿਆ। ਲੇਕਿਨ ਇਹ ਸੇਵਾ ਨਹੀਂ ਹੈ ਦਰਅਸਲ। ਇਹ ਤੇ ਅਸੀਂ ਆਪਣੀ ਕੋਈ ਪ੍ਰਤਿਸ਼ਠਾ ਬਣਾਉਣ ਲਈ, ਕੋਈ ਸਾਖ ਬਣਾਉਣ ਲਈ, ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਸਭ ਕੁਝ ਕਰੀ ਚਲੇ ਜਾਂਦੇ ਹਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਦੇਖੋ ਪਰਮਾਤਮਾ ਨੇ ਕਿੰਨਾ ਕੁਝ ਦਿੱਤਾ ਹੈ। ਪਰਮਾਤਮਾ ਨੇ ਧਰਤੀ ਬਣਾਈ ਹੈ, ਕਿਤੇ ਆਪਣੀ ਫੋਟੋ ਲਗਾਈ? ਕੋਈ ਦੱਸ ਸਕਦਾ ਹੈ ਪਰਮਾਤਮਾ ਦੀ ਫੋਟੋ? ਪਰਮਾਤਮਾ ਨੇ ਕਿਤੇ ਆਪਣਾ ਨਾਮ ਲਿਖਿਆ ਕਿ ਮੈਂ ਆਹ ਪਹਾੜ ਬਣਾਇਆ, ਇਹ ਮੈਂ ਧਰਤੀ ਬਣਾਈ, ਇਹ ਮਨੁੱਖ ਬਣਾਇਆ? ਕਿਤੇ ਮਨੁੱਖ ਦੇ ਉੱਪਰ ਪਰਮਾਤਮਾ ਨੇ ਆਪਣਾ ਨਾਮ ਲਿਖਿਆ? ਅਸੀਂ ਤੇ ਪੱਖਾ ਵੀ ਗੁਰਦੁਆਰੇ ਭੇਟ ਕਰ ਦਿੱਤੇ, ਸਾਡਾ ਨਾਮ ਲਿਖ ਦਿਓ। ਪੱਥਰਾਂ ਤੇ ਨਾਂ ਲਿਖੇ ਪਏ ਨੇ। ਮੜੀਆਂ 'ਚ ਚਲ ਜਾਓ, ਉੱਥੇ ਨਾਂ ਲਿਖੇ ਨੇ ਲਿਖਣ ਵਾਲਿਆਂ ਨੇ, ਉੱਥੇ ਵੀ ਮਾਫ ਨਹੀਂ ਕੀਤਾ ਵੀ ਇਹ ਆਖਰੀ ਥਾਂ ਹੈ, ਇੱਥੇ ਤੇ ਨਾਸਵੰਤ ਹੈ ਸਭ ਕੁਝ। ਉੱਥੇ ਵੀ ਲਿਖਿਆ ਜੀ ਨਿਸਕਾਮ ਸੇਵਕ, ਨਾਲ ਲਿਖਿਆ ਨਿਸਕਾਮ। ਜਿਹੜਾ ਮਣੀਆਂ 'ਚ ਵੀ ਜਾ ਕੇ ਨਾਮ ਲਿਖਦਾ ਕਿੰਨਾ ਕੁ ਨਿਸਕਾਮ ਹੋਏਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਿਸਕਾਮ ਸੇਵਕ ਫਲਾਣਾ ਸਿੰਘ, ਇਹ ਜੀ ਸੇਵਾ ਕੀਤੀ ਹੈ। ਰੱਬ ਨੇ ਕਿਤੇ ਸਾਡੇ ਤੇ ਨਾਂ ਲਿਖਿਆ ਕਿ ਤੇਰਾ ਸਰੀਰ ਬਣਾਇਆ? ਰੱਬ ਨੇ ਕਿਸੇ ਫੁੱਲ ਤੇ ਆਪਣਾ ਨਾਮ ਲਿਖਿਆ ਕਿ ਇਹਨੂੰ ਮੈਂ ਇੰਨਾ ਸੁੰਦਰ ਬਣਾਇਆ? ਰੱਬ ਨੇ ਕਿਤੇ ਪਾਣੀ ਤੇ ਆਪਣੀ ਮੋਹਰ ਲਿਖੀ ਹੈ? ਇਹ ਤੇ ਦੇਖੋ ਨਾ, ਲੋਕਾਂ ਦਾ ਪੈਸਾ ਇਕੱਠਾ ਕਰਦੇ ਪੋਲੀਟਿਕਸਨ, ਤੇ ਜੇ ਕਿਤੇ ਲੋਕਾਂ ਨੂੰ ਸਹੂਲਤ ਦਿੱਤੀ ਕਹਿੰਦੇ ਬੋਰਡ ਮੇਰਾ ਲਾ ਦਿਓ, ਇੱਥੇ ਪੱਥਰ ਮੇਰਾ ਲਾ ਦਿਓ, ਮੈਂ ਇਹ ਬਣਾਇਆ। ਕਿੰਨੀ ਮੂਰਖਤਾ ਵਾਲੀ ਗੱਲ ਹੈ। ਇਹਦੂ ਵੱਡੇ ਮੂਰਖ ਲੋਕ ਮਿਲਣਗੇ ਕਿਤੇ? ਪੈਸਾ ਲੋਕਾਂ ਦਾ, ਫੋਟੋ ਮੇਰੀ ਲਾ ਦਿਓ। ਪੈਟਰੋਲ ਪੰਪਾਂ ਤੇ ਚੱਲੋ, ਫੋਟੋ ਲੱਗੀਆਂ ਮਿਲਣਗੀਆਂ। ਔਰ ਇੱਥੇ ਬਸਨੀਆਂ ਸਾਡੀਆਂ ਮੈਡੀਕਲ ਵੈਨਾਂ ਤੁਰੀਆਂ ਫਿਰਦੀਆਂ, ਉੱਥੇ ਫੋਟੋ ਮਿਲਣਗੀਆਂ। ਇਹ ਮੂਰਖ ਲੋਕ ਧਰਤੀ ਤੇ ਤੁਰੇ ਫਿਰਦੇ ਨੇ। ਪੈਸਾ ਲੋਕਾਂ ਦਾ, ਫੋਟੋ ਮੇਰੀ ਲਾ ਦਿਓ ਤੁਸੀਂ। ਦਿੱਤਾ ਸਭ ਕੁਝ ਪ੍ਰਮਾਤਮਾ ਦਾ, ਫੋਟੋ ਮੇਰੀ ਲਾ ਦਿਓ ਤੁਸੀਂ। ਫੋਟੋ ਲਾਉਣ ਵਾਲੇ ਬੜੇ ਆਏ ਚਲੇ ਗਏ, ਇਸ ਧਰਤੀ ਤੇ ਤਾਂ ਉਹਨਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ। ਰੱਬ ਨੇ ਕਿਤੇ ਆਪਣੀ ਫੋਟੋ ਨਹੀਂ ਲਾਈ, ਰੱਬ ਨੇ ਕਿਤੇ ਆਪਣੀ ਕੋਈ ਮੋਹਰ ਨਹੀਂ ਲਗਾਈ, ਰੱਬ ਨੇ ਕਿਤੇ ਆਪਣਾ ਕੋਈ ਪੱਥਰ ਨਹੀਂ ਲਗਾਇਆ। ਰੱਬ ਦੀ ਇਹੀ ਵਡਿਆਈ ਹੈ ਕਿ ਸਭ ਕੁਝ ਬਣਾ ਕੇ ਉਹ ਨਜ਼ਰ ਹੀ ਨਹੀਂ ਆਉਂਦਾ। ਸਭ ਕੁਝ ਬਣਾ ਕੇ ਉਹ ਨਜ਼ਰ ਹੀ ਨਹੀਂ ਆਉਂਦਾ। ਤੇ ਜੇ ਜ਼ਿੰਦਗੀ 'ਚ ਵਡਿਆਈ ਮੰਨਣੀ ਹੈ, ਇੱਕੋ ਇੱਕ ਤਰੀਕਾ ਹੈ ਕਿ ਹੱਥੋਂ ਦੇਣਾ ਆਪ ਗਣਾਇਆ। ਜੇ ਅਸੀਂ ਕੁਝ ਕਰਦੇ ਹਾਂ, ਸਾਨੂੰ ਰੱਬ ਨੇ ਮਾਣ ਦਿੱਤਾ, ਤੇ ਆਪਣਾ ਆਪ ਨਾ ਜਣਾਈਏ, ਪ੍ਰਗਟ ਨਾ ਕਰੀਏ। ਜਦੋਂ ਅਸੀਂ ਗੁਰਬਾਣੀ ਕਹਿੰਦੀ ਨਿਵੈ ਸੋ ਗੌਰਾ ਹੋਏ, ਜਿਹੜਾ ਨਿਉਂਦਾ ਹੈ ਉਹ ਮਹਾਨ ਹੁੰਦਾ ਹੈ, ਜਿਹੜਾ ਉੱਚਾ ਉੱਠਦਾ ਉਹ ਮਹਾਨ ਨਹੀਂ ਹੁੰਦਾ। ਸਤਿਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਵਾਹਿਗੁਰੂ ਜੀ ਤੁਸੀਂ ਸਾਡੇ ਪ੍ਰਾਣਾਂ ਦੇ ਦਾਤਾ ਹੋ, ਸਭ ਕੁਝ ਤੁਸੀਂ ਦਿੱਤਾ ਹੈ। ਤੁਮ ਹੈ ਖਜ਼ੀਨਾ, ਤੁਮ ਹੈ ਜਰੀਨਾ, ਤੁਮ ਹੀ ਮਾਨ ਕਲਾਲਾ। ਖਜ਼ੀਨਾ ਮੇਰਾ ਖਜ਼ਾਨਾ। ਵਾਹਿਗੁਰੂ ਜੀ ਤੁਸੀਂ ਹੀ ਮੇਰੇ ਲਈ ਸਭ ਤੋਂ ਵੱਡੇ ਖਜ਼ਾਨੇ ਹੋ, ਮੇਰਾ ਭੰਡਾਰ ਤੁਸੀਂ ਹੋ। ਜ਼ਰੀਨਾ, ਯਾਰ ਲਫ਼ਜ਼ ਹੈ, ਯਾਰ ਮੇਣਾ ਦੌਲਤ। ਯਾਰ ਜ਼ੋਰੂ ਜ਼ਮੀਨ ਅਸੀਂ ਕਹਿੰਦੇ ਹਾਂ, ਯਾਰ ਮੇਣਾ ਦੌਲਤ। ਜ਼ਰੀਨਾ ਦਾ ਅਰਥ ਹੈ ਦੌਲਤ। ਵਾਹਿਗੁਰੂ ਜੀ ਮੇਰੀ ਜ਼ਿੰਦਗੀ ਦੀ ਦੌਲਤ ਹੀ ਤੁਸੀਂ ਹੋ, ਸਰਮਾਇਆ ਹੀ ਤੁਸੀਂ ਹੋ। ਤੁਮ ਹੀ ਮਾਨਕ ਲਾਲਾ, ਤੁਸੀਂ ਮੇਰੇ ਲਈ ਰਤਨ ਹੋ, ਹੀਰੇ ਹੋ, ਮੋਤੀ ਹੋ, ਮੇਰੇ ਲਈ ਧਨ ਹੋ, ਦੌਲਤ ਹੋ, ਖਜ਼ਾਨਾ ਹੋ, ਸਭ ਕੁਝ ਤੁਸੀਂ ਮੇਰੇ ਲਈ ਹੋ। ਮੇਰਾ ਜ਼ਿੰਦਗੀ ਦਾ ਓਟ ਆਸਰਾ ਹੀ ਤੁਸੀਂ ਹੋ, ਮੇਰੀ ਜ਼ਿੰਦਗੀ ਦੀ ਗੁਜ਼ਰਾਨ ਤੁਸੀਂ ਹੋ। ਜੇ ਵਾਹਿਗੁਰੂ ਜੀ ਦਾ ਪਿਆਰ ਮਨੁੱਖ ਦੇ ਪੱਲੇ ਨਾ ਹੋਵੇ, ਬਾਹਰੋਂ ਸਭ ਕੁਝ ਹੋਵੇ,
ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਹੈ ਕਿ ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਪੱਲੇ ਕੇਵਲ ਦੁਨੀਆ ਦੀ ਦੌਲਤ ਹੈ, ਦੁਨੀਆ ਦਾ ਧਨ ਹੈ, ਪਦਾਰਥ ਨੇ, ਸਤਿਗੁਰੂ ਜੀ ਕਹਿੰਦੇ ਤੇ ਫਕੀਰ ਨੇ। ਫਕੀਰ ਦਾ ਅਰਥ ਇੱਥੇ ਕੋਈ ਮਹਾਨ ਨਹੀਂ, ਫਕੀਰ ਦਾ ਅਰਥ ਕੰਗਲੇ, ਮੰਗਤੇ। ਉਹ ਤੇ ਮੰਗਤੇ ਨੇ, ਕੰਗਲੇ ਨੇ, ਉਹ ਤਾਂ ਕੰਗਾਲ ਨੇ ਉਹ। ਪਰ ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ 'ਚ ਤੁਸੀਂ ਵਸਦੇ ਹੋ ਪ੍ਰਮਾਤਮਾ ਜੀ, ਉਹ ਮਨੁੱਖ ਗੁਣਾਂ ਦੇ ਸਮੁੰਦਰ ਬਣ ਜਾਂਦੇ ਨੇ, ਗੁਣਾਂ ਦੇ ਸਮੁੰਦਰ, ਗਹਿਰੇ ਸਮੁੰਦਰ ਬਣ ਜਾਂਦੇ ਨੇ। ਜਿਸ ਮਨੁੱਖ ਦੇ ਹਿਰਦੇ 'ਚ ਪ੍ਰਮਾਤਮਾ ਦਾ ਪਿਆਰ ਆ ਗਿਆ ਉਹੀ ਧਨਵਾਨ ਹੈ। ਬਾਬਾ ਕਬੀਰ ਸਾਹਿਬ ਜੀ ਨੇ ਗੱਲ ਕਹੀ ਹੈ, ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਰਾਮ ਨਾ ਹੋਈ। ਨਿਰਧਨ ਉਹ ਹੈ ਜਿਹਦੇ ਹਿਰਦੇ 'ਚ ਪ੍ਰਮਾਤਮਾ ਦਾ ਪਿਆਰ ਨਹੀਂ ਹੈ, ਉਹ ਕੰਗਾਲ ਹੈ। ਜਿੱਥੇ ਪ੍ਰਮਾਤਮਾ ਦਾ ਪਿਆਰ ਨਹੀਂ ਹੋਏਗਾ ਉੱਥੇ ਹੰਕਾਰ ਹੋਏਗਾ, ਉੱਥੇ ਕ੍ਰੋਧ ਹੋਏਗਾ, ਉੱਥੇ ਵਿਸ਼ੇ ਵਿਕਾਰ ਹੋਣਗੇ, ਉੱਥੇ ਈਰਖਾ ਹੋਏਗੀ। ਹੁਣ ਜਿਹੜਾ ਬੰਦਾ ਅੰਦਰੋਂ ਹੰਕਾਰੀ, ਉਦੋਂ ਵੱਡਾ ਹੋਰ ਕੰਗਾਲ ਕੌਣ ਹੋ ਸਕਦਾ? ਜਿਹੜਾ ਬੰਦਾ ਅੰਦਰੋਂ ਕ੍ਰੋਧੀ ਹੈ, ਅੰਦਰ ਚਿੰਤਾ 'ਚ ਪਿਆ ਹੈ, ਇਹਦੋਂ ਵੱਡਾ ਬੰਦਾ ਕੌਣ? ਦੇਖੋ ਚਿੰਤਾ ਕਿਹਨੂੰ ਹੁੰਦੀ ਹੈ? ਚਿੰਤਾ ਤਾਂ ਇੱਕ ਉਸ ਬੰਦੇ ਨੂੰ ਹੁੰਦੀ ਜਿਹੜਾ ਜ਼ਿੰਦਗੀ 'ਚ ਘਾਟਾ ਮਹਿਸੂਸ ਕਰੇ, ਜਿਹੜਾ ਜ਼ਿੰਦਗੀ ਅੰਦਰੋਂ ਗਰੀਬ ਹੋਏ। ਜ਼ਰੂਰੀ ਨਹੀਂ ਹੈ ਕਿ ਕਿਸੇ ਕੋਲ ਧਨ ਨਹੀਂ ਤੇ ਉਹਨੂੰ ਚਿੰਤਾ ਹੋਏਗੀ। ਬਹੁਤ ਸਾਰੇ ਉਹ ਲੋਕ ਨੇ ਜਿਹੜੇ ਸਵੇਰ ਦੀ ਰੋਟੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦੇ, ਰਾਤ ਨੂੰ ਆਪੇ ਦੇਵੇਗਾ, ਕੋਈ ਗੱਲ ਨਹੀਂ ਹੈ। ਉਹ ਬੜੇ ਬੇਫਿਕਰ ਹੋ ਕੇ ਵਿਚਰਦੇ ਨੇ, ਉਹਨੂੰ ਚਿੰਤਾ ਕੋਈ ਨਹੀਂ। ਤੇ ਬਹੁਤ ਸਾਰੇ ਉਹ ਮਿਲ ਜਾਣਗੇ ਜਿਨ੍ਹਾਂ ਨੇ ਸਾਰੀ ਦੁਨੀਆ ਦੀ ਦੌਲਤ ਇਕੱਠੀ ਕਰ ਲਈ ਲੋਕਾਂ ਤੇ ਜ਼ੋਰ ਜ਼ੁਲਮ ਕਰਕੇ, ਪਰ ਫਿਰ ਵੀ ਉਹਨਾਂ ਨੂੰ ਚਿੰਤਾ ਹੈ ਕਿਤੇ ਗਵਾਚ ਨਾ ਜਾਏ। ਫਿਰ ਵੀ ਉਹਨਾਂ ਨੂੰ ਚਿੰਤਾ ਹੈ ਕਿ ਕੱਲ੍ਹ ਨੂੰ ਕੀ ਬਣੇਗਾ, ਸਾਡੇ ਨਿਆਣਿਆਂ ਦਾ ਕੀ ਬਣੇਗਾ, ਅਗਲੇ ਸਾਲ ਕੀ ਬਣੇਗਾ, ਆਉਣ ਵਾਲੇ 5 ਸਾਲਾਂ 'ਚ ਕੀ ਬਣੇਗਾ। ਅਸਲੀ ਤੇ ਗਰੀਬ ਉਹ ਨੇ ਜਿਹਨੂੰ ਚਿੰਤਾ ਹੈ, ਅਸਲੀ ਗਰੀਬ ਉਹ ਹੈ ਜਿਹਨੂੰ ਫਿਕਰ ਹੈ, ਅਸਲੀ ਗਰੀਬ ਉਹ ਹੈ ਜਿਹਦੇ ਅੰਦਰ ਹੰਕਾਰ ਹੈ, ਤੇ ਜਿਹਦੇ ਅੰਦਰ ਬੇਪਰਵਾਹੀ, ਉਹਨੂੰ ਤੇ ਚਿੰਤਾ ਹੀ ਕੋਈ ਨਹੀਂ ਹੈ। ਸਿਕੰਦਰ ਕਹਿੰਦੇ ਤੁਰਿਆ ਮੈਂ ਦੁਨੀਆ ਨੂੰ ਜਿੱਤਣਾ, ਤੁਰ ਪਿਆ, ਪਤਾ ਲੱਗਾ ਇੱਥੇ ਇੱਕ ਫਕੀਰ ਹੈ ਮਸਤਾਨਾ, ਉਹਦੇ ਕੋਲ ਪਹੁੰਚ ਗਿਆ ਕਿ ਕੋਈ ਦੁਆ ਲੈ ਚੱਲੀਏ ਉਸ ਲਈ। ਫਕੀਰ ਬੜੀ ਮਸਤੀ 'ਚ ਧੁੱਪ ਸੇਕ ਰਿਹਾ ਸੀ ਤੇ ਸਿਕੰਦਰ ਜਾ ਕੇ ਖੜਾ ਹੋ ਗਿਆ, ਕਹਿਣ ਲੱਗਾ ਮੈਂ ਸਿਕੰਦਰ ਹਾਂ। ਕਹਿੰਦਾ ਫੇਰ? ਕਹਿਣ ਲੱਗਾ ਮੈਂ ਦੁਨੀਆ ਨੂੰ ਜਿੱਤਣ ਜਾਣ ਲਿਆ, ਮੰਗ ਲੈ ਕੀ ਚਾਹੀਦਾ। ਤੇ ਉਹ ਫਕੀਰ ਨੇ ਬੜੀ ਬੇਪਰਵਾਹੀ ਨੇ ਗੱਲ ਕਹੀ, ਪਿੱਛੇ ਹਟ ਜਾ, ਰੱਬ ਦੀ ਦਿੱਤੀ ਧੁੱਪ ਤੇ ਆ ਲੈਣ ਦੇ, ਤੂੰ ਕੀ ਦੇਣਾ? ਰੱਬ ਦੀ ਦਿੱਤੀ ਧੁੱਪ ਦਾ ਆਨੰਦ ਮਾਣਨ ਦੇ ਪਿੱਛੇ ਹਟ ਜਾ, ਤੂੰ ਕੀ ਦੇਣਾ ਮੈਨੂੰ? ਜਿਹੜਾ ਆਪ ਦੁਨੀਆ ਨੂੰ ਜਿੱਤਣ ਚੱਲਿਆ ਉਹ ਤੇ ਆਪ ਮੰਗਤਾ ਹੈ। ਭੁੱਖਾ ਬੰਦਾ ਹੀ ਦੂਜਿਆਂ ਨੂੰ ਜਿੱਤਣ ਲਈ ਤੁਰਦਾ ਹੈ, ਭੁੱਖਾ ਬੰਦਾ ਦੂਜਿਆਂ ਕੋਲ ਖੋਹਣ ਲਈ ਤੁਰਦਾ ਹੈ, ਦੂਜਿਆਂ ਨੂੰ ਦਬਾਉਣ ਲਈ ਤੁਰਦਾ ਹੈ, ਡਰਿਆ ਬੰਦਾ ਲੋਕਾਂ ਨੂੰ ਡਰਾਉਣ ਲਈ ਤੁਰਦਾ ਹੈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਤੇ ਬੇਪਰਵਾਹ ਸਦਾ ਰੰਗ ਹਰਕ ਹੈ। ਵਾਹਿਗੁਰੂ ਜੀ ਦੇ ਪਿਆਰ 'ਚੋਂ ਬੇਪਰਵਾਹ ਵਿਚਰਦੇ ਨੇ। ਅਮੀਰ ਉਹ ਹੈ ਜਿਹਦੇ ਅੰਦਰ ਚਿੰਤਾ ਕੋਈ ਨਹੀਂ ਹੈ, ਅਮੀਰ ਉਹ ਹੈ ਜਿਹਦੇ ਅੰਦਰ ਫਿਕਰ ਕੋਈ ਨਹੀਂ, ਜਿਹਦੇ ਅੰਦਰ ਬੇਪਰਵਾਹੀ ਹੈ। ਉਹ ਭਾਵੇਂ ਬਾਹਰੋਂ ਆਰਥਿਕ ਤੌਰ ਤੇ ਵੱਡਾ ਹੈ, ਮਾੜੀ ਗੱਲ ਨਹੀਂ ਹੈ, ਆਰਥਿਕ ਤੌਰ ਤੇ ਵੱਡੇ ਹੋਣਾ ਕੋਈ ਉਲਾਮਾ ਨਹੀਂ ਹੈ, ਧਨ ਦੌਲਤ ਦਾ ਰਾਜ ਪਦਵੀ ਹੋਣਾ ਕੋਈ ਬੁਰੀ ਗੱਲ ਨਹੀਂ ਹੈ, ਹੋਣੀ ਚਾਹੀਦੀ ਹੈ। ਪਰ ਅਮੀਰ ਉਹ ਹੈ ਜਿਹੜਾ ਅੰਦਰੋਂ ਬੇਪਰਵਾਹ ਹੈ, ਜਿਹੜਾ ਮੌਜ ਵਿੱਚ ਵਿਚਰਦਾ ਹੈ, ਜਿਹਦੇ ਅੰਦਰ ਚਿੰਤਾ ਹੀ ਕੋਈ ਨਹੀਂ ਹੈ, ਜਿਹਨੂੰ ਜ਼ਿੰਦਗੀ 'ਚ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ, ਜਿਹੜਾ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹੀ। ਜਿਹੜਾ ਕਹਿੰਦਾ ਵਾਹਿਗੁਰੂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚਣ ਦਾ, ਮੈਨੂੰ ਕਿਸੇ ਦੀ ਮੁਤਾਜ਼ਗੀ ਦੀ ਕੀ ਲੋੜ ਜਦੋਂ ਤੁਸੀਂ ਮੇਰੇ ਨਾਲ ਹੋ, ਮੇਰੇ ਰਿਜ਼ਕ ਦਾਤਾ ਪ੍ਰਤਪਾਲਕ ਮਾਂ ਪਿਓ, ਤੁਸੀਂ ਸਭ ਕੁਝ ਮੇਰੇ, ਖਜ਼ਾਨਾ ਮੇਰੇ ਹੋ, ਤੇ ਮੈਨੂੰ ਕਿਸੇ ਦੀ ਕੀ ਚਿੰਤਾ। ਉਹ ਬੜਾ ਬੇਪਰਵਾਹ ਵਿਚਰਦਾ। ਅਮੀਰ ਉਹ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਵਾਹਿਗੁਰੂ ਜੀ ਤੁਮਹਿ ਖਜ਼ੀਨਾ ਤੁਮਹਿ ਜਾਰੀਨਾ ਤੁਮਹੀ ਮਾਨਕ ਲਾਲਾ, ਤੁਸੀਂ ਮੇਰਾ ਖਜ਼ਾਨਾ ਹੋ ਜੀ, ਤੁਸੀਂ ਮੇਰੇ ਲਈ ਧਨ ਦੌਲਤ ਹੋ, ਤੁਸੀਂ ਮੇਰੇ ਲਈ ਹੀਰੇ ਰਤਨ ਜਵਾਹਰ ਮਾਨਕ ਹੋ। ਤੁਮ ਹੀ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਪਏ ਨਿਹਾਲਾ। ਮਨੁੱਖ ਜਿੱਥੇ ਸੋਚਦਾ ਦੁਨੀਆ ਦਾ ਧਨ ਹੋਵੇ ਇਕੱਠਾ ਕਰਦਾ ਹੈ, ਜਿਸ ਤਰੀਕੇ ਨਾਲ ਵੀ ਉਹ ਕਰ ਸਕਦਾ ਹੈ ਕਰਦਾ ਹੈ, ਦੁਨੀਆ ਦੇ ਵੱਡੇ ਵੱਡੇ ਖਜ਼ਾਨੇ ਇਕੱਤਰ ਕਰ ਲੈਂਦਾ, ਫਿਰ ਉਹਦੀ ਭੁੱਖ ਨਹੀਂ ਨਾ ਮਿਟਦੀ। ਕਿਉਂਕਿ ਮਨੁੱਖ ਦੇ ਇਸ ਸੋਚ ਨੂੰ, ਮਨੁੱਖ ਦੀ ਇਸ ਭੁੱਖ ਨੂੰ ਜਿਹੜੇ ਅਖੌਤੀ ਧਾਰਮਿਕ ਲੋਕ ਨੇ ਉਹਨਾਂ ਨੇ ਬੜਾ ਕੈਸ਼ ਕੀਤਾ। ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਕੋਈ ਸਵਰਗ ਹੈ?
स्वर्ग दे विच कोई पार जाग दा दरख्त है, कोई उत्थे कल्प दरख्त है, उत्थे काम तीन गऊ है, ਉਹਦਾ पता की फायदा है? उत्थे खलो के जो मंगोगे मिल जाएगा, गऊ कोलों जो मंगोगे मिल जाएगा। तो मनुख दे अंदर क्योंकि भुख है ना कि मैं जो मंगा वो मिलता चलिया जाए, तो मनुख कहने लगा दसो मिलेगा किवें? तो उन्होंने लारे लाउण वालियां पता की किया, बस तीर्थां ते नहाई जाओ, बस दान पुन करी जाओ। कईयां ने तो इत्थों तक कहता, इतिहास है साडे मुल्क दा कि अपनी धर्म पत्नी नूं ऐन शिंगार के गहणियां दे नाल सवार के सानू दान करके तुसी मर जाओ तो तुहानू वो स्वर्ग मिलेगा, उत्थे कल बृक्ष मिलेगा, फिर उत्थे बाहर जात मिलेगा, सब कुछ दे दिओ। अपनी धर्म पत्नी भी अरपे नार शिंगार समेत, ये गुरु ग्रंथ साहिब जी के बचन ने, अरपे नार शिंगार समेत। ते उन्हां लोगां ने वो कल्पत स्वर्ग, वो मिथिहासक चीज़ां जिहड़ियां उन्हां दे बदले अपने शरीर वारने शुरू कर दिते। इन्ना अडंबर, इन्ना शोषण किया है धर्म की दुनिया च मनुख का। तो गुरबाणी कहती वो कल्प वृक्ष तुहाडे अंदर है, वो पारजात तुहाडे अंदर है, वो काम तिन गऊ तुहाडे अंदर है। वो काम तिन गऊ की है? परमात्मा का नाम। वो कल्प वृक्ष है परमात्मा का नाम। जदों अंदरों परमात्मा के नाम नाल जुड़ जाओगे, जो मांगे ठाकुर अपने ते सोई सोई, उस परमात्मा के गुण गाओ, जो चाहो सोई सोई पावें, सेव हर के चरण रसायन, जो चाहोगे मिल जाएगा। बंदा रब वाले बंदे नहीं तुरना चाहता, वो कहना कि वो कल्प वृक्ष मिल जाए ना, काम तिन गौ मिल जाए, शरीर लग जाए, मिलनी चाहिए है। गुरबाणी कहती रब वाले बन्ने शरीर लाउण की लोड़ नहीं है, कष्ट झल्लण की लोड़ नहीं है, सिर च सुआह पाउण की लोड़ नहीं है, भुखिया रहण की लोड़ नहीं है, नंगे पैरीं तुरन की कोई लोड़ नहीं, घर परिवार छड्डण की लोड़ नहीं है, हंकार छड्डण की लोड़ है। उस परमात्मा नूं प्यार नाल चेते करो। जदों वार वार चेते करोगे, सतगुरु जी कहते सिमरो सिमर सिमर सुख पावों, कल कलेस तन माहे मिटावों। उस वाहिगुरु जी नूं चेते कर करके कल कलेस तो मुक्त हो जाएंगे। आप साडे अंदरों सब कल्पना दुख दलिदर चिंतावां मुक जाणगियां। जिथे वाहिगुरु जी की याद आ जाए, तुर की बाणी आई तिन सगली चिंत मिटाई। को कल्प वृक्ष तुहानूं मिल गया तो चिंता नहीं मिटनी, को काम तिन गौ मिल गई तो चिंता नहीं मिटनी। बहुत ने इहो जिहे जिन्हां ने ऐदी खातर अपनी जिंदगियां लातियां पर चिंता तो मुक्त नहीं हो सके। चिंता तो मुक्त होने का इको एक दाता है, तरीका है कि वह वाहिगुरु जी के प्यार जुड़ जाइए। जदों जुड़ गया तो जग्यासू कहता तुम्हें पार जात गुर ते पाए। हे वाहिगुरु जी तुसी ही मेरे पार जात हो। तो जदों मैं गुरु को आके तुहाडा नाम प्राप्त किया, तुहाडे प्यार च जुड़िया, तो नानक भय निहाला, मैं तो निहाल हो गया महाराज जी, जिंदगी च गदगद हो गया, मेरिया भुखा मिट गईयां। साच नाम आधार मेरा, जिन भुखा सब गवाइयां। मेरी जिंदगी दियां सारियां भुखा मिट गईयां, सारे दुख मिट गए, मेरी जिंदगी दियां सारियां लोड़ां पूरियां हो गईयां, मैं जिंदगी के अंदर आनंदित हो गया, मेरे कारोबार सफल हो गए। पर कदों? जदों गुरु दे राही मैं तुहाडे प्यार विच जुड़िया। जदों कोई परमात्मा के प्यार जुड़ जाता है, फिर ये नहीं कहता कि घर मेरा है, परिवार मेरा है, वो तो कहता तू मेरा पिता, तू है मेरा माता, तू मेरा बंदप, तू मेरा भ्राता, तू मेरा राखा, सबनी थाई तां पो कहा काड़ा जी। चिंता ही कादी है, तुसी सारे थावां ते मेरे रखवाले हो। तुहाडी किरपा दे नाल ही ये जी जन सब तुद उपाए, जिज भाणा तित लाए। ये सारे जीव जन तुसी पैदा कीते ने। जदों ये भावना बन जाए मेरा मुझ में किछ नहीं, जो किश है सो तेरा, फिर तेरा तेरा कर दिया, उस वाहिगुरु जी दे प्यार जुड़िया। तू तू करता तू हुआ, मुझ में रहा न हूँ। जब आपा पर का मिट गया, जत देखो ता तू। अपने अंदर जड़ी ये पकड़ है ना, हंकार ममता माया दी पकड़, ये तो मुक्त होने का इको एक तरीका है, रब दे गुण गाइए, रब दी कीर्ति करिए। घर छड्डिया नहीं मुकना, जंगलों च बैठिया नहीं मुकना, होर किसी जप तप दे राही ये तो खलासी नहीं होनी। ये तो खलासी प्राप्त करने का एक तरीका है। सतगुरु जी कहते भाई रसना नाल परमात्मा दे गुण गाया करो। घर वड़दियां को वाहिगुरु जी तुहाडी किरपा नाल सोहना घर मिले है, ये तुहाडी बख्शिश है, सानू इन्ने सोहने घरां च रहण दा तुसीं मौका दिता है जिंदगी च। ये सोहने कारोबार सानू बख्शे, यह तुहाडी रहमत है, एडा वड्डा मान दिता है वाहिगुरु जी तुसीं। ये सोहनी जिंदगी दिती है, सोहना परिवार दिता है, ये धियां पुत्र दिते, तुहाडा बहुत धन्नवाद है परमात्मा। ये जोग बनाया है सानू,
ਬਸ ਜਦੋਂ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਜਾਵਾਂਗੇ ਨਾ, ਸਾਨੂੰ ਹਰ ਚੀਜ਼ ਚੋਂ ਪ੍ਰਮਾਤਮਾ ਨਜ਼ਰ ਆਏਗਾ। ਘਰ ਚੋਂ ਵੀ ਪ੍ਰਮਾਤਮਾ ਨਜ਼ਰ ਆਏਗਾ, ਕਾਰੋਬਾਰ ਚੋਂ ਪ੍ਰਮਾਤਮਾ ਨਜ਼ਰ ਆਏਗਾ। ਫਿਰ ਇਹ ਨਹੀਂ ਕਵਾਂਗੇ ਕਾਰੋਬਾਰ ਜੰਜਾਲ ਹੈ, ਫਿਰ ਕਾਰੋਬਾਰ ਭਗਤੀ ਬਣ ਜਾਏਗਾ, ਕਾਰੋਬਾਰ ਬੰਦਗੀ ਬਣ ਜਾਏਗਾ। ਬਾਬਾ ਨਾਨਕ ਜੀ ਦੀ ਘਟਨਾ ਸੁਣਦੇ ਹਾਂ ਕਿ ਉਹ ਮੋਦੀ ਖਾਨੇ ਤੇ ਬੈਠੇ ਵੀ ਤੇਰਾ ਤੇਰਾ ਹੀ ਕਰਦੇ ਰਹਿੰਦੇ ਸਨ। ਬਸ ਹਰ ਚੀਜ਼ ਵਿੱਚ ਵਾਹਿਗੁਰੂ ਜੀ ਦਾ ਹੈ, ਪ੍ਰਮਾਤਮਾ ਦਾ ਹੈ, ਉਹਦੀ ਬਖਸ਼ਿਸ਼ ਹੈ, ਉਹਦੀ ਕਿਰਪਾ ਹੈ। ਇਹ ਤੇਰਾ ਤੇਰਾ ਕਰਦੇ ਹੀ ਆਪਾਂ ਉਹਦੇ ਵਿੱਚ ਲਿਵਲੀਨ ਹੋ ਸਕਦੇ ਹਾਂ। ਸਾਡੇ ਅੰਦਰੋਂ ਇਹ ਹਉਮੈ ਦੀ ਭਾਵਨਾ ਮਿਟ ਸਕਦੀ ਹੈ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਇਹ ਬਚਨ ਬਖਸ਼ਿਸ਼ ਕੀਤੇ ਕਿ ਜਦੋਂ ਗੁਰੂ ਰਾਹੀਂ ਇਹ ਸਾਨੂੰ ਗਿਆਨ ਮਿਲਿਆ, ਅਸੀਂ ਨਿਹਾਲ ਹੋ ਗਏ ਉਹਦੇ ਪਿਆਰ ਜੁੜ ਕੇ। ਸਤਿਗੁਰੂ ਜੀ ਸਾਡੇ ਤੇ ਵੀ ਬਖਸ਼ਿਸ਼ ਕਰਨ ਜੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਗਰੀਬ ਨਿਵਾਸ ਸਤਿਗੁਰੂ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਆਪਣੇ ਦਰੋਂ ਕਰੋ ਨਾਮਦਾਨ ਦੀ ਦਾਤ। ਸਿੱਖੀ ਸਿਰ ਭਰੋਸਾ ਬਖਸ਼ਿਸ਼ ਕਰਨ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।